ਇਸ ਨਗਰ ਦੇ ਤੇ ਗੁਆਂਢੀ ਨਗਰ ਦੇ ਬੱਚਿਆਂ ਨੂੰ ਗੁਰਬਾਣੀ, ਗੁਰ ਇਤਿਹਾਸ, ਗੁਰਮਤਿ ਵਿਚਾਰਧਾਰਾ ਉਹ ਦ੍ਰਿੜ ਕਰਾਈ ਜਾਂਦੀ ਹੈ ਤੇ ਵੱਖ-ਵੱਖ ਗੁਰਮਤਿ ਮੁਕਾਬਲਿਆਂ ਦੇ ਵਿੱਚ ਬੱਚੇ ਜਾ ਕੇ ਆਪਣੀ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦੇ। ਸੋ ਤੁਹਾਡੀ ਜਿਹੜੀਆਂ ਮੇਰੇ ਤੋਂ ਪਹਿਲਾਂ ਗੱਲਾਂ ਬਾਤਾਂ ਹੋਈਆਂ ਨੇ ਉਹਨਾਂ ਦੇ ਨਾਲ ਲੜੀ ਜੁੜੀ ਰਹੇ। ਸਭ ਤੋਂ ਅਹਿਮ ਗੱਲ ਮਾਸਟਰ ਜੀ ਨੇ ਇੱਕ ਗੱਲ ਕਹੀ ਸੀ ਕਿ ਹਮੇਸ਼ਾ ਆਪਣੇ ਆਪ ਨੂੰ ਊਣਾ ਮਹਿਸੂਸ ਕਰਕੇ ਕਿ ਕਦੀ ਵੀ ਪੂਰਨ ਨਹੀਂ, ਫਿਰ ਹੀ ਗਿਆਨ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਦੋ ਗੱਲਾਂ ਬੜੀਆਂ ਅਹਿਮ ਹੁੰਦੀਆਂ ਨੇ ਗਿਆਨ ਦੇ ਵਾਸਤੇ, ਇਨਫੋਰਮੇਸ਼ਨ ਦੇ ਵਾਸਤੇ, ਨੌਲੇਜ ਦੇ ਵਾਸਤੇ, ਕਿ ਮਨ ਨੂੰ ਸੁਚੇਤ ਰੱਖਣਾ ਤੇ ਮਨ ਦੇ ਭਾਂਡੇ ਨੂੰ ਇੰਜ ਰੱਖਣਾ ਕਿ ਉਹ ਖੁੱਲਾ ਹੋਵੇ। ਨਹੀਂ ਤੇ ਪਾਵਨ ਗੁਰਬਾਣੀ ਤਾਂ ਇਹ ਵੀ ਕਹਿੰਦੀ ਉਹਦੇ ਭਾਂਡੇ ਚੱਲ ਨਾ ਸਮਾਵੇ। ਮੁੱਦੇ ਭਾਂਡੇ ਦੇ ਵਿੱਚ ਤੇ ਪਾਣੀ ਵੀ ਨਹੀਂ ਪੈ ਸਕਦਾ। ਗਿਆਨ ਤਾਂ ਫਿਰ ਬੜੀ ਵੱਡੀ ਗੱਲ ਹੈ। ਸੋ ਪਹਿਲੀ ਗੱਲ ਤਾਂ ਇਹ ਹੁੰਦੀ ਹੈ, ਖਾਸ ਕਰਕੇ ਜਿਹੜੇ ਸਾਡੇ ਬੱਚੇ ਇੱਥੇ ਆਏ ਨੇ, ਕਿ ਸਭ ਤੋਂ ਅਹਿਮ ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਕਿਸੇ ਨੂੰ ਸੁਣ ਰਹੇ ਹੋ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਮੇਰੀਆਂ ਸਾਰੀਆਂ ਗੱਲਾਂ ਹੀ ਤੁਹਾਨੂੰ ਚੰਗੀਆਂ ਲੱਗਣੀਆਂ, ਪਰ ਜਦੋਂ ਅਸੀਂ ਕਿਸੇ ਟੋਕਰੀ ਦੇ ਵਿੱਚੋਂ ਲੈ ਕੇ ਫਲ ਵੀ ਖਾ ਰਹੇ ਹੁੰਦੇ ਹਾਂ ਨਾ, ਤੇ ਅਸੀਂ ਚੰਗਾ ਖਾ ਲੈਂਦੇ ਹਾਂ ਤੇ ਮਾੜਾ ਸੁੱਟ ਦਿੰਦੇ ਹਾਂ। ਹੋ ਸਕਦਾ ਤੁਹਾਨੂੰ ਮੇਰੀਆਂ ਕੁਝ ਗੱਲਾਂ ਨਾ ਵੀ ਚੰਗੀਆਂ ਲੱਗਣ, ਪਰ ਸੁਣਨਾ ਸਾਰਾ ਹੀ ਪਵੇਗਾ, ਕਿਉਂਕਿ ਸਾਰੇ ਦੇ ਵਿੱਚੋਂ ਹੀ ਤੁਹਾਨੂੰ ਕੁਝ ਚੰਗਾ ਲੱਭੇਗਾ। ਦੂਸਰੀ ਗੱਲ ਇਹ ਹੈ ਕਿ ਜਿਹੜਾ ਤੁਹਾਡਾ ਅੱਜ ਦਾ ਮਜ਼ਮੂਨ ਹੈ, ਜਿਸ ਕਾਰਜ ਕਰਕੇ ਅਸੀਂ ਬੈਠੇ ਹਾਂ, ਉਹ ਹੈ ਗੁਰਬਾਣੀ, ਗੁਰ ਇਤਿਹਾਸ ਤੇ ਗੁਰਮਤਿ ਫਲਸਫੇ ਦੀ ਜਾਣਕਾਰੀ। ਔਰ ਇਹ ਤਾਂ ਵਿਸ਼ਾ ਹੀ ਇਵੇਂ ਦਾ ਕਿ ਇਹ ਇੱਕ ਅਨੰਤ ਹੈ, ਅਗਾਧ ਬੋਧ ਅਸੀਂ ਕਹਿ ਸਕਦੇ ਹਾਂ। ਸਾਰੀ ਉਮਰ ਵੀ ਲੱਗੇ ਰਹੀਏ। ਮੈਂ ਕਈ ਵਾਰੀ ਬੜੇ ਮਸ਼ਹੂਰ ਜਿਹੜੇ ਕੀਰਤਨੀ ਜਥੇ ਨੇ ਉਹਨਾਂ ਨਾਲ ਵੀ ਗੱਲ ਕਰਦਾ, ਕਹਿੰਦੇ ਇੱਕ ਕੀਰਤਨੀ ਜਥੇ ਦੀ ਉਮਰ 100 ਸਾਲ ਵੀ ਹੋਵੇ ਤੇ ਉਹ ਸਾਰੀ ਉਮਰ ਦੇ ਵਿੱਚ ਸਾਰੀ ਗੁਰਬਾਣੀ ਨੂੰ ਗਾਇਨ ਨਹੀਂ ਕਰ ਸਕਦਾ। ਇਹ ਤਾਂ ਵਿਸ਼ਾ ਹੀ ਇੰਨਾ ਵੱਡਾ, ਸਬਜੈਕਟ ਹੀ ਇੰਨਾ ਵੱਡਾ। ਹੁਣ ਇੱਥੇ ਵੀ ਕੋਈ ਹੱਲ ਤਾਂ ਹੋਵੇਗਾ ਨਾ, ਕਿ ਜੇ ਸਬਜੈਕਟ ਇੰਨਾ ਵੱਡਾ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਅਗਾਧ ਬੋਧ ਕਹਿ ਦਿੱਤਾ, ਪਰਮਾਤਮਾ ਦੀ ਹੋਂਦ ਦੀ ਗੱਲ, ਪਰਮਾਤਮਾ ਦੀ ਸੱਤਾ ਦੀ ਗੱਲ, ਰੂਹਾਨੀਅਤ ਦੀ ਗੱਲ, ਆਤਮਿਕ ਉਪਦੇਸ਼ ਦੀ ਗੱਲ, ਸਪਿਰਿਚੁਅਲਿਟੀ ਦੀ ਗੱਲ, ਜਦੋਂ ਉਸ ਸਾਰੇ ਸਬਜੈਕਟ ਨੂੰ ਅਗਾਧ ਬੋਧ ਕਹਿ ਦਿੱਤਾ ਤੇ ਫਿਰ ਕੀ ਕੀਤਾ ਜਾਵੇ? ਫਿਰ ਇੱਕ ਗੱਲ ਰਹਿ ਜਾਂਦੀ ਹੈ, ਸਮਰਪਣ। ਤੁਸੀਂ ਸੁਕਰਾਤ ਦਾ ਨਾਮ ਸੁਣਿਆ ਹੋਵੇਗਾ, ਸੋਕਰੇਟਸ, ਅਰਸਤੂ, ਅਰਿਸਟੋਟਲ। ਸੁਕਰਾਤ ਦੇ ਜੀਵਨ ਦੀ ਇੱਕ ਬਹੁਤ ਅਹਿਮ ਘਟਨਾ ਹੈ। ਉਸ ਘਟਨਾ ਵੱਲ ਥੋੜਾ ਜਿਹਾ ਸਾਰੇ ਹੀ ਅਸੀਂ ਆਪਣਾ ਧਿਆਨ ਕੇਂਦਰਿਤ ਕਰਨ ਦਾ ਯਤਨ ਕਰੀਏ। ਉਸ ਘਟਨਾ ਨੂੰ ਮੈਨੂੰ ਪੜ੍ਹਨ ਦਾ ਮੌਕਾ ਉਦੋਂ ਮਿਲਿਆ ਜਦੋਂ ਮੈਂ ਪੰਥ ਦੇ ਮਹਾਨ ਢਾਡੀ ਸਰਦਾਰ ਸੋਹਣ ਸਿੰਘ ਸੀਤਲ ਹੋਣਾ ਦੀ ਇੱਕ ਕਿਤਾਬ ਦੇ ਵਿੱਚ ਇੱਕ ਲਾਈਨ ਪੜ੍ਹੀ। ਉਹ ਲਾਈਨ ਸੀ ਕਿ ਜਦੋਂ ਮੈਂ ਇੱਕ ਦੋ ਕਿਤਾਬਾਂ ਪੜ੍ਹੀਆਂ ਨਾ, ਤੇ ਕਹਿੰਦੇ ਮੈਂ ਸੋਚਿਆ ਸੋਹਣ ਸਿਆ ਤੇਰੇ ਵਰਗਾ ਤੇ ਗਿਆਨ ਹੀ ਕਿਸੇ ਨੂੰ ਨਹੀਂ, ਤੂੰ ਤੇ ਬਹੁਤ ਪੜ੍ਹ ਲਿਆ। ਤੇ ਕਹਿੰਦੇ ਜਦੋਂ ਮੈਂ ਬਹੁਤ ਜ਼ਿਆਦਾ ਕਿਤਾਬਾਂ ਪੜ੍ਹ ਲਈਆਂ ਨਾ, ਫਿਰ ਪਤਾ ਲੱਗਾ ਵੀ ਅਜੇ ਤਾਂ ਪੱਲੇ ਕੁਛ ਵੀ ਨਹੀਂ। ਇਹਦਾ ਮਤਲਬ ਹੈ ਕਿ ਜਦੋਂ ਬੰਦੇ ਕੋਲ ਬਹੁਤ ਥੋੜਾ ਜਿਹਾ ਗਿਆਨ ਹੁੰਦਾ ਨਾ, ਕਈ ਵਾਰੀ ਅਹੰਕਾਰ ਬਹੁਤ ਜ਼ਿਆਦਾ ਹੋ ਜਾਂਦਾ ਥੋੜੇ ਜਿਹੇ ਗਿਆਨ ਦੇ ਵਿੱਚ। ਤੇ ਜਦੋਂ ਤੁਸੀਂ ਸੱਚਮੁੱਚ ਹੀ ਇਸ ਗਿਆਨ ਦੇ ਸਮੁੰਦਰ ਦੇ ਵਿੱਚ ਡੁੱਬੀ ਲਾਉਂਦੇ ਹੋ, ਫਿਰ ਪਤਾ ਲੱਗਦਾ ਕਿ ਅਸੀਂ ਤਾਂ ਕੁਝ ਵੀ ਨਹੀਂ। ਔਰ ਇਹ ਜਦੋਂ ਜਿਹੜਾ ਅਲਪ ਗਿਆਨ ਹੁੰਦਾ ਹੈ, ਜਿਹੜਾ ਥੋੜਾ ਜਿਹਾ ਗਿਆਨ ਹੁੰਦਾ ਹੈ, ਇਹੀ ਕਈ ਵਾਰੀ ਹਉਮੈ ਦਾ ਕਾਰਨ ਹੁੰਦਾ ਹੈ, ਇਹੀ ਕਈ ਵਾਰੀ ਅਹੰਕਾਰ ਦਾ ਕਾਰਨ ਹੁੰਦਾ ਹੈ। ਤੁਹਾਡਾ ਅੱਜ ਦਾ ਇਹ ਗੁਰਮਤਿ ਸਮਾਗਮ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਹੈ, ਤੇ ਮੈਂ ਕੁਝ ਉਦਾਹਰਨਾਂ ਵੀ ਉਹਨਾਂ ਦੇ ਜੀਵਨ ਔਰ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਹੀ ਦੇਣ ਦਾ ਯਤਨ ਕਰਾਂਗੇ। ਸੋ ਪਹਿਲੀ ਗੱਲ ਤੇ ਇਹ ਕਿ ਸਮਰਪਣ ਕਿਵੇਂ ਦਾ। ਭਾਈ ਸਾਹਿਬ ਭਾਈ ਗੁਰਦਾਸ ਇੱਕ ਬੜੀ ਪਿਆਰੀ ਉਦਾਹਰਨ ਦਿੰਦੇ ਨੇ। ਮੈਂ ਸੁਕਰਾਤ ਦੀ ਉਦਾਹਰਨ ਦੇਣ ਤੋਂ ਪਹਿਲਾਂ ਸਮਰਪਣ ਦੇ ਬਾਰੇ ਸਮਝਾਉਣਾ ਚਾਹੁੰਦਾ ਕਿ ਡੈਡੀਕੇਸ਼ਨ, ਸਮਰਪਣ, ਆਪਣਾ ਆਪਾ ਗਵਾ ਦੇਣਾ।
ਆਪਣੇ ਆਪ ਨੂੰ ਅਭੇਦ ਕਰ ਦੇਣਾ, ਕਿਸੇ ਦੇ ਅੱਗੇ ਬਿਲਕੁਲ ਸਮਰਪਿਤ ਹੋ ਜਾਣਾ। ਮੇਰੀਆਂ ਭੈਣਾਂ ਨੇ, ਮੇਰੇ ਵੀਰਾਂ ਨੇ ਕਿੰਨੇ ਸੁੰਦਰ ਵਸਤਰ ਪਹਿਨੇ ਹੋਏ। ਹਰ ਕੱਪੜੇ ਦਾ ਇੱਕ ਆਪਣਾ ਰੰਗ ਹੈ, ਹਰ ਕੱਪੜੇ ਦੇ ਵਿੱਚ ਇੱਕ ਵੱਖਰੇ ਧਾਗੇ ਦੀ ਤੰਦ ਹੈ। ਹਰ ਕੱਪੜਾ ਜਿਹੜਾ ਉਹਦਾ ਇੱਕ ਸਿਉਣ ਦਾ ਢੰਗ ਹੈ। ਹਰ ਕੱਪੜੇ ਦੀ ਆਪਣਾ ਇੱਕ ਨਿਆਰਾਪਨ ਹੈ, ਉਹਦਾ ਇੱਕ ਆਪਣਾ ਇੱਕ ਵਿਖਾਅ ਹੈ, ਇੱਕ ਬਣਾਵਟ ਹੈ, ਪਰ ਸਭ ਦਾ ਵੱਖ-ਵੱਖ ਹੈ। ਪਰ ਭਾਈ ਗੁਰਦਾਸ ਕਹਿੰਦੇ ਨੇ ਕਿ ਲੱਜਣ ਕੱਜਣ ਆਪ ਕਜਾਇਆ। ਕਹਿੰਦੇ ਜਦੋਂ ਤੁਸੀਂ ਕੱਜਿਆ ਹੋਇਆ, ਅਸੀਂ ਦੋ ਚੀਜ਼ ਵਾਸਤੇ ਕੱਪੜਾ ਵਰਤਦੇ ਹਾਂ ਨਾ, ਇੱਕ ਆਪਣਾ ਆਪ ਲੁਕਾਉਣ ਦੇ ਵਾਸਤੇ ਤੇ ਇੱਕ ਕੱਪੜੇ ਨੂੰ ਦਿਖਾਉਣ ਦੇ ਵਾਸਤੇ। ਇਹ ਪ੍ਰਯੋਜਨ ਤੇ ਇਹੀ ਹੁੰਦਾ ਨਾ ਵਸਤਰ ਪਹਿਨਣ ਦਾ, ਕਿ ਸਾਡਾ ਕੋਈ ਤਨ ਨਾ ਵੇਖੇ, ਅਸੀਂ ਉਸ ਨੂੰ ਕੱਜ ਲਈਏ ਤੇ ਸੱਜ ਲਈਏ, ਚੰਗੇ ਲੱਗੀਏ। ਤੇ ਭਾਈ ਗੁਰਦਾਸ ਕਹਿੰਦੇ ਨੇ ਕਿ ਇਸ ਸੱਜਣ ਤੇ ਕੱਜਣ ਤੋਂ ਪਹਿਲਾਂ ਕਦੀ ਤੁਸੀਂ ਇਹ ਸੋਚਿਆ ਕਿ ਇਹ ਕੱਪੜਾ ਬਣਨ ਤੋਂ ਪਹਿਲਾਂ ਜਿਹੜਾ ਕਪਾਹ ਦਾ ਬੀਜ ਸੀ ਤੇ ਕਪਾਹ ਨੂੰ ਕਿਸ ਕਿਰਿਆ ਦੇ ਵਿੱਚੋਂ ਲੰਘਣਾ ਪਿਆ? ਹੁਣ ਤਾਂ ਸਾਨੂੰ ਸੋਹਣਾ ਹੀ ਦਿਸ ਰਿਹਾ ਨਾ। ਉਹ ਕਹਿੰਦੇ ਨੇ ਪਹਿਲੀ ਗੱਲ ਉੱਥੇ ਵੀ ਸਮਰਪਣ ਹੈ। ਹੋਏ ਵੜੇਵਾ ਜੱਗ ਵਿੱਚ ਬੀਜੇ ਤਨ ਖੇਹ ਨਾਲ ਰਲਾਇਆ। ਕਹਿੰਦੇ ਸਭ ਤੋਂ ਪਹਿਲਾਂ ਤੇ ਵੜੇਵੇਂ ਵੱਲ ਜਾਓ ਕਿ ਉਹ ਕੀ ਸੀ। ਜੇ ਅੱਜ ਤੁਸੀਂ ਸੁੰਦਰ ਪਹਿਰਾਵਾ ਪਹਿਨਿਆ, ਹੁਣ ਗੱਲ ਇਹ ਮਨ ਤੇ ਵੀ ਆਉਂਦੀ ਹੈ, ਗੱਲ ਇਹ ਤਨ ਤੇ ਵੀ ਆਉਂਦੀ ਹੈ, ਤੇ ਗੱਲ ਇਹ ਸਮੁੱਚੀ ਕੌਮ ਤੇ ਵੀ ਆਉਂਦੀ ਹੈ। ਜੇ ਅੱਜ ਅਸੀਂ ਕੌਮ ਦਾ ਇੱਕ ਨਿਆਰਾਪਨ ਵੇਖਦੇ ਨਾ, ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਤੇ ਉਸ ਨਿਆਰੇਪਨ ਦੇ ਵਿੱਚ ਵੀ ਸਮਰਪਣ ਤੋਂ ਲੈ ਕੇ ਸ਼ਹਾਦਤਾਂ ਤੱਕ ਦਾ ਇੱਕ ਲੰਬਾ ਸਫ਼ਰ ਹੁੰਦਾ ਹੈ। ਜਦੋਂ ਕੋਈ ਬੰਦਾ ਕਿਸੇ ਉੱਚ ਆਤਮਿਕ ਅਵਸਥਾ ਤੇ ਪਹੁੰਚਦਾ ਹੈ ਤੇ ਉਹਦੇ ਵਿੱਚ ਵੀ ਉਹਦੇ ਮਨ ਦੇ ਸਮਰਪਣ ਤੋਂ ਲੈ ਕੇ ਉਹਦੀ ਮਿਹਨਤ ਤੱਕ ਦਾ ਇੱਕ ਲੰਬਾ ਸਫ਼ਰ ਹੁੰਦਾ ਹੈ। ਤੇ ਜਦੋਂ ਜਿਹੜੀ ਉਦਾਹਰਨ ਮੈਂ ਦੇ ਰਿਹਾ, ਜਦੋਂ ਤੁਸੀਂ ਕਿਸੇ ਦੇ ਪਾਏ ਸੁੰਦਰ ਵਸਤਰ ਨੂੰ ਵੇਖਦੇ ਹੋ ਨਾ, ਤੇ ਉਹ ਵੀ ਕਪਾਹ ਦੇ ਬੀਜ ਤੋਂ ਵੜੇਵੇਂ ਤੋਂ ਲੈ ਕੇ ਉਹਨੂੰ ਕਿੰਨੇ ਜ਼ਿਆਦਾ ਕਹਿ ਸਕਦੇ ਹੋ ਕਿ ਸਖਤੀਆਂ ਦੇ ਵਿੱਚੋਂ ਤੇ ਪੜਾਵਾਂ ਦੇ ਵਿੱਚੋਂ ਲੰਘਣਾ ਪੈਂਦਾ। ਪਰ ਪਹਿਲੀ ਗੱਲ ਕੀ ਹੈ? ਹੋਏ ਵੜੇਵਾ ਜੱਗ ਵਿੱਚ ਬੀਜੇ ਤਨ ਖੇਹ ਨਾਲ ਰਲਾਇਆ। ਪਹਿਲੀ ਗੱਲ ਤੇ ਉਹ ਬੀਜ ਜਿਹੜਾ ਹੈ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਮਿੱਟੀ ਨੂੰ, ਉਹਦੀ ਹੋਂਦ ਰਹਿ ਹੀ ਨਹੀਂ ਜਾਂਦੀ। ਜੇ ਬੀਜ ਆਪਣੀ ਹੋਂਦ ਰੱਖੇ, ਜੇ ਬੀਜ ਕਵੇ ਮੈਂ ਬੀਜ ਹੀ ਰਹਿਣਾ, ਮੈਂ ਮਿੱਟੀ ਦੇ ਵਿੱਚ, ਚਾਹੇ ਕਣਕ ਦਾ ਚਾਹੇ ਝੋਨੇ ਦਾ, ਕਿਸੇ ਵੀ ਚੀਜ਼ ਦਾ ਬੀਜ ਹੈ, ਜੇ ਉਹ ਕਹੇ ਮੈਂ ਆਪਣੀ ਹੋਂਦ ਗਵਾਉਣੀ ਨਹੀਂ, ਮੈਂ ਤੇ ਬੀਜ ਹਾਂ ਤੇ ਜਰਖੇਜ਼ ਜ਼ਮੀਨ ਦੇ ਵਿੱਚ ਵੀ ਬੀਜ ਹੀ ਰਹਿਣਾ, ਤੇ ਜਾਂ ਫਿਰ ਬੀਜ ਨੂੰ ਉਹ ਜ਼ਮੀਨ ਹੀ ਨਾ ਮਿਲੇ। ਬੱਚੇ ਨੇ ਸਾਡੇ ਕੋਲ, ਇਹਨਾਂ ਨੂੰ ਯਾਦਾਸ਼ਤ, ਇਹਨਾਂ ਦੀ ਯਾਦ ਸ਼ਕਤੀ, ਇਹਨਾਂ ਦੀ ਜ਼ਿਹਨੀਅਤ, ਇਹਨਾਂ ਦੀ ਮਾਨਸਿਕ ਸੱਤਾ ਤੇ ਮਾਨਸਿਕ ਪੱਧਰ, ਇਹ ਤਾਂ ਪਰਮਾਤਮਾ ਦਾ ਬਖਸ਼ਿਆ ਹੋਇਆ ਨਾ। ਪਰ ਜੇ ਤੁਸੀਂ ਇਹਨਾਂ ਨੂੰ ਮਾਹੌਲ ਹੀ ਉਹ ਨਾ ਦਿਓ, ਜੇ ਗੁਰੂ ਘਰ ਦੇ ਨਾਲ ਜੁੜੇ ਹੋਏ ਜਿਹੜੇ ਤੁਹਾਡੇ ਨੌਜਵਾਨ ਵੀਰ ਨੇ, ਜੇਕਰ ਬੱਚਿਆਂ ਨੂੰ ਮਾਹੌਲ ਹੀ ਉਹ ਨਾ ਦੇਣ ਕਿ ਬੀਜ ਦੇ ਕੋਲ ਹੋਵੇ ਤੇ ਉਹਨੂੰ ਰੱਖ ਦਿਓ ਪੱਥਰ ਦੇ ਉੱਪਰ, ਕਦੀ ਉੱਗੇਗਾ? ਨਹੀਂ ਉੱਗ ਸਕਦਾ। ਬੀਜ ਨੂੰ ਉੱਗਣ ਦੇ ਵਾਸਤੇ ਵੀ ਇੱਕ ਜ਼ਰਖੇਜ਼ ਜ਼ਮੀਨ ਦੀ ਲੋੜ ਹੈ, ਤੇ ਜੇਕਰ ਉਹ ਜ਼ਰਖੇਜ਼ ਜ਼ਮੀਨ ਹੈ ਤੇ ਫਿਰ ਬੀਜ ਨੂੰ ਬੂਟਾ ਬਣਨ ਦੇ ਵਾਸਤੇ ਆਪਣਾ ਆਪ ਉਗਾਉਣਾ ਪੈਂਦਾ, ਸਮਰਪਿਤ ਕਰਨਾ ਪੈਂਦਾ। ਹੁਣ ਇਹ ਦੋਵਾਂ ਚੀਜ਼ਾਂ ਦੀ ਲੋੜ ਨੂੰ ਸਮਝੋ ਕਿ ਜੇਕਰ ਬੱਚੇ ਨੂੰ ਪਰਮਾਤਮਾ ਨੇ ਰੋਸ਼ਨ ਦਿਮਾਗ ਦਿੱਤਾ ਹੈ ਤੇ ਉਹਨੂੰ ਅਸੀਂ ਗੁਰੂ ਘਰਾਂ ਦੇ ਵਿੱਚ ਉਹ ਜ਼ਰਖੇਜ਼ ਜ਼ਮੀਨ ਤੇ ਉਹ ਮਾਹੌਲ ਹੀ ਨਹੀਂ ਦਿੱਤਾ, ਤੇ ਬੱਚੇ ਦਾ ਤਾਂ ਵੀ ਉਹ ਜਿਹੜਾ ਗੁਣ ਹੈ ਲੋਕਾਂ ਦੇ ਸਾਹਮਣੇ ਨਹੀਂ ਆ ਸਕੇਗਾ। ਤੇ ਜੇਕਰ ਅਸੀਂ ਇਵੇਂ ਦਾ ਮਾਹੌਲ ਸਿਰਜ ਦਿੱਤਾ ਹੈ ਤੇ ਬੱਚਾ ਸਿੱਖਣ ਨੂੰ ਤਿਆਰ ਨਹੀਂ, ਤਾਂ ਵੀ ਉਹਦਾ ਰਿਜ਼ਲਟ, ਉਹਦਾ ਨਤੀਜਾ ਸਾਡੇ ਸਾਹਮਣੇ ਨਹੀਂ ਆਵੇਗਾ। ਇਸੇ ਕਰਕੇ ਉਰਦੂ ਦੇ ਇੱਕ ਸ਼ਾਇਰ ਨੇ ਲਿਖਿਆ, ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ ਕਿ ਦਾਨਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੁੰਦਾ ਹੈ। ਫੁੱਲ ਸੋਹਣਾ ਤਾਂ ਹੀ ਲੱਗ ਸਕਦਾ ਹੈ ਜੇਕਰ ਪਹਿਲਾਂ ਫੁੱਲ ਦਾ ਬੀਜ ਆਪਣੇ ਆਪ ਨੂੰ ਖਤਮ ਕਰ ਦੇਵੇ। ਸੋ ਜਿਹੜੀ ਗੱਲ ਭਾਈ ਗੁਰਦਾਸ ਨੇ ਕੀਤੀ ਹੈ, ਉਸ ਗੱਲ ਦੇ ਉੱਪਰ ਫਿਰ ਕੇਂਦਰਿਤ ਕਰੀਏ ਕਿ ਬੂਟਾ ਬਣਨ ਤੋਂ ਪਹਿਲਾਂ
ਬੀਜ ਨੂੰ ਆਪਣਾ ਆਪ ਸਮਰਪਿਤ ਕਰਨਾ ਪੈਂਦਾ ਮਿੱਟੀ ਨੂੰ, ਤੇ ਆਪਣਾ ਆਪਾ ਗਾਉਣਾ ਪੈਂਦਾ। ਹੁਣ ਅਸੀਂ ਇਸ ਦੀ ਉਦਾਹਰਣ ਇਤਿਹਾਸ ਦੇ ਵਿੱਚੋਂ ਵੇਖੀ। ਹਸਨ ਅਬਦਾਲ ਪੰਜਾ ਸਾਹਿਬ, ਤੁਸੀਂ ਸਾਰੇ ਸੁਣਿਆ ਹੈ ਨਾ, ਪਾਕਿਸਤਾਨ ਦੇ ਵਿੱਚ। ਹਸਨ ਤੇ ਅਬਦਾਲ, ਅਬਦਾਲ ਵੈਸੇ ਇਸਲਾਮ ਦੇ ਵਿੱਚ ਇੱਕ ਉਪਾਧੀ ਹੈ। ਮੰਨਿਆ ਜਾਂਦਾ ਹੈ ਕਿ ਐਟ ਏ ਟਾਈਮ ਦੁਨੀਆ ਦੇ ਵਿੱਚ 70 ਅਬਦਾਲ ਹੁੰਦੇ ਨੇ। ਅਬਦਾਲ ਦਾ ਭਾਵ ਹੁੰਦਾ ਹੈ ਉਹ ਲੋਕ ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਖਾਸ ਬਖਸ਼ਿਸ਼ ਹੋਵੇ। ਤੇ ਕੇਵਲ ਅਰੇਬੀਅਨ ਰਿਜ਼ਮ ਦੇ ਵਿੱਚ ਕਹਿੰਦੇ ਨੇ 40 ਹੁੰਦੇ ਨੇ, ਤੇ ਬਾਕੀ ਦੁਨੀਆ ਦੇ ਉੱਪਰ 30 ਹੁੰਦੇ ਨੇ। ਤੇ ਜੇਕਰ ਇੱਕ ਸਰੀਰ ਕਰਕੇ ਦੁਨੀਆ ਤੋਂ ਚਲੇ ਜਾਂਦਾ ਤੇ ਰੱਬ ਉਹਦੀ ਜਗ੍ਹਾ ਕਿਸੇ ਹੋਰ ਨੂੰ ਭੇਜ ਦਿੰਦਾ। ਇਸ ਨੂੰ ਅਬਦਾਲ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਗੌਸ, ਕਲੰਦਰ, ਕੁਤਬ, ਇਹ ਸਾਰੀਆਂ ਇਸਲਾਮ ਦੇ ਵਿੱਚ ਫਕੀਰਾਂ ਦੀਆਂ ਉਪਾਧੀਆਂ ਨੇ। ਅਬਦਾਲ ਵੀ ਇਸੇ ਤਰ੍ਹਾਂ। ਇਸਲਾਮ ਦੇ ਕੁਝ ਸਰੋਤ 70 ਨਹੀਂ ਮੰਨਦੇ, ਉਹ 40 ਵੀ ਮੰਨਦੇ ਨੇ। ਖੈਰ, ਇਹ ਉਹਨਾਂ ਦੇ ਧਰਮ ਦਾ ਵਿਸ਼ਾ ਹੈ। ਹਸਨ ਅਬਦਾਲ ਦੇ ਬਾਰੇ ਦੋ ਗੱਲਾਂ ਨੇ ਇਤਿਹਾਸ ਦੇ ਵਿੱਚ, ਕਿ ਜਾਂ ਤੇ ਉਹ ਸਬਜ਼ਵਰ ਦੇ ਇਲਾਕੇ ਦੇ ਵਿੱਚੋਂ ਆਇਆ ਸੀ, ਜਾਂ ਤੇ ਉਸਦਾ ਨਾਮ ਹਸਨ ਸੀ ਤੇ ਉਸਨੂੰ ਅਬਦਾਲ ਮੰਨਿਆ ਗਿਆ। ਤੇ ਪਾਕਿਸਤਾਨ ਦੇ ਜਿਹੜੇ ਉੱਥੋਂ ਦੇ ਸਥਾਨਕ ਵਿਅਕਤੀ ਨੇ ਉਹ ਮੰਨਦੇ ਨੇ ਹਸਨ ਤੇ ਅਬਦਾਲ ਦੋ ਵਿਅਕਤੀ ਸਨ, ਇੱਕ ਗੁਰੂ ਤੇ ਇੱਕ ਚੇਲਾ, ਜਿਨ੍ਹਾਂ ਦੇ ਨਾਮ ਦੇ ਉੱਪਰ ਇਸ ਸਥਾਨ ਦਾ ਨਾਮ ਪਿਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ ਤੇ ਉਸ ਵੇਲੇ ਹਸਨ ਅਬਦਾਲ ਦੇ ਉਸ ਮਰਕਜ਼ ਜਾਂ ਉਸ ਮਕਬਰੇ ਦੇ ਉੱਪਰ ਬੈਠਾ ਹੈ ਵਲੀ ਕੰਧਾਰੀ। ਹੁਣ ਉਹਦਾ ਅਸਲੀ ਨਾਮ ਕੀ ਹੋਵੇਗਾ ਸਾਨੂੰ ਨਹੀਂ ਪਤਾ, ਕਿਉਂਕਿ ਵਲੀ ਦਾ ਭਾਵ ਹੈ ਪਹੁੰਚਿਆ ਹੋਇਆ, ਕੰਧਾਰੀ ਤੋਂ ਭਾਵ ਹੈ ਕੰਧਾਰ ਦਾ ਰਹਿਣ ਵਾਲਾ। ਇਹ ਪਹਿਲਾਂ ਇਹ ਵੀ ਸਬਜ਼ਵਰ ਦੇ ਇਲਾਕੇ ਸੀ, ਜੋ ਤੋਂ ਬਾਅਦ ਇਹ ਕਾਬਲ ਕੰਧਾਰ ਦੇ ਇਲਾਕੇ ਦੇ ਵਿੱਚ ਆ ਗਿਆ। ਸੈਯਦ ਪਰਿਵਾਰ ਦੇ ਵਿੱਚੋਂ ਸੀ ਤੇ ਇਹਨੂੰ ਲੋਕ ਵਲੀ ਕੰਧਾਰੀ ਕਹਿਣ ਲੱਗ ਪਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮਰਦਾਨਾ ਕਹਿੰਦਾ, ਬਾਬਾ ਪਿਆਸ ਲੱਗੀ ਹੈ, ਪਾਣੀ ਪੀ ਲੈ। ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿੱਥੋਂ ਉੱਪਰੋਂ ਪਾਣੀ ਆ ਰਿਹਾ ਹੈ, ਜਿੱਥੋਂ ਚਸ਼ਮਾ ਫੁੱਟ ਰਿਹਾ ਹੈ, ਉੱਥੇ ਪਾਣੀ ਨਿਰਮਲ ਹੋਵੇਗਾ, ਸਾਫ਼ ਹੋਵੇਗਾ, ਤੂੰ ਜਾ ਕੇ ਉੱਥੋਂ ਪਾਣੀ ਲੈ ਕੇ ਆ ਸਕਦਾ। ਮਰਦਾਨਾ ਗਿਆ, ਜਾ ਕੇ ਪਾਣੀ ਦੀ ਮੰਗ ਕੀਤੀ ਤੇ ਵਲੀ ਕੰਧਾਰੀ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਉਹਦਾ ਇੱਕ ਕਾਰਨ ਸੀ। ਇਹ ਜਿਹੜੇ ਫਕੀਰ ਸੀ ਨਾ, ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਦੇ ਵੀ ਘਰਾਣੇ ਤੇ ਕਿਸਮਾਂ ਹੁੰਦੀਆਂ ਨੇ ਕਿ ਕਿਹੜਾ ਕੁਤਬ ਹੈ, ਕਿਹੜਾ ਵਲੀ ਹੈ, ਕਿਹੜਾ ਕਲੰਦਰ ਹੈ, ਕਿਹੜਾ ਅਬਦਾਲ ਹੈ। ਇਸ ਤਰ੍ਹਾਂ ਦੇ ਇਹਨਾਂ ਦੇ ਵਿੱਚ ਦਰਜਾ ਬਦਰਜੇ ਹੁੰਦੀ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਗਏ ਸੀ ਤੇ ਉਦੋਂ ਵੀ ਬਹਿਲੋਲ ਨੇ ਇੱਕੋ ਹੀ ਸਵਾਲ ਕੀਤਾ ਸੀ ਨਾ, ਕਵਣ ਫਕੀਰ ਕਿਸਕਾ ਕਰਹਾਣਾ, ਵੀ ਤੂੰ ਕਿਹੜੀ ਪੀੜ੍ਹੀ ਦੇ ਨਾਲ ਸੰਬੰਧ ਰੱਖਦਾ, ਕਿਹੜੀ ਕਿਸਮ ਦੇ ਵਿੱਚੋਂ ਹੈ, ਕਿਹੜੀ ਪਰੰਪਰਾ ਦੇ ਵਿੱਚੋਂ ਹੈ, ਕਿਹੜੀ ਸ਼ਾਖਾ ਦੇ ਵਿੱਚੋਂ ਹੈ। ਹੁਣ ਇਹੀ ਸਵਾਲ ਮਰਦਾਨੇ ਨੂੰ ਵਲੀ ਕੰਧਾਰੀ ਕਰਦਾ ਵੀ ਚੇਲਾ ਕਿਹਦਾ ਹੈ, ਤੇਰਾ ਮੁਰਸ਼ਿਦ ਕੌਣ ਹੈ, ਤੇਰਾ ਰਹਿਬਰ ਕੌਣ ਹੈ। ਉਹ ਕਹਿੰਦਾ ਬਾਬਾ ਨਾਨਕ। ਕਹਿੰਦਾ ਨਹੀਂ ਦੇਣਾ ਪਾਣੀ, ਪਾਣੀ ਨਹੀਂ ਦੇਣਾ। ਮਰਦਾਨਾ ਹੇਠਾਂ ਆ ਗਿਆ ਤੇ ਗੁਰੂ ਨਾਨਕ ਸਾਹਿਬ ਨੂੰ ਆ ਕੇ ਕਹਿੰਦਾ ਕਿ ਬਾਬਾ ਉਸ ਨੇ ਤਾਂ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਤੇ ਪਾਤਸ਼ਾਹ ਦਾ ਸਹਿਜ, ਪਾਤਸ਼ਾਹ ਦਾ ਸੰਜਮ ਤੇ ਪਾਤਸ਼ਾਹ ਦਾ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਕਿ ਆਤਮਿਕ ਅਵਸਥਾ, ਕਹਿੰਦੇ ਮਰਦਾਨਿਆ ਤੂੰ ਸਖਤੀ ਨਾਲ ਬੋਲਿਆ ਹੋਣਾ, ਉਹਨੇ ਤਾਂ ਪਾਣੀ ਨਹੀਂ ਦਿੱਤਾ। ਦੁਬਾਰਾ ਜਾ, ਇੱਕ ਵਾਰੀ ਫੇਰ ਜਾ ਤੇ ਬੜੇ ਪਿਆਰ ਨਾਲ ਮੰਗੀ। ਮਰਦਾਨਾ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਫੇਰ ਚਲਾ ਗਿਆ। ਫਿਰ ਜਾ ਕੇ ਕਹਿੰਦਾ ਵਲੀ ਜੀ ਪੀਣ ਦੇ ਵਾਸਤੇ ਪਾਣੀ ਦੇ ਦਿਓ, ਬੜੇ ਪਿਆਰ ਦੇ ਨਾਲ। ਤੇ ਵਲੀ ਕਹਿੰਦਾ ਕਿ ਮੈਂ ਤੈਨੂੰ ਦੱਸਿਆ ਸੀ ਕਿ ਦੱਸ ਤੇਰਾ ਮੁਰਸ਼ਿਦ ਕੌਣ ਹੈ, ਤੂੰ ਮੁਰੀਦ ਕਿਸ ਦਾ ਹੈ, ਤੇਰਾ ਗੁਰੂ ਕੌਣ ਹੈ, ਤੂੰ ਚੇਲਾ ਕਿਸ ਦਾ ਹੈ। ਕਹਿੰਦਾ ਮੇਰਾ ਮੁਰਸ਼ਿਦ ਤਾਂ ਨਾਨਕ ਹੀ ਹੈ। ਕਹਿੰਦਾ ਫਿਰ ਇੱਕ ਸ਼ਰਤ ਤੇ ਪਾਣੀ ਮਿਲ ਸਕਦਾ ਹੈ, ਨਾਨਕ ਨੂੰ ਛੱਡ ਤੇ ਮੇਰਾ ਮੁਰੀਦ ਬਣ ਜਾ। ਹੁਣ ਸਮਰਪਣ ਇੱਥੇ ਆਵੇਗਾ, ਡੈਡੀਕੇਸ਼ਨ ਇੱਥੇ ਆਵੇਗੀ। ਹੁਣ ਮਰਦਾਨੇ ਦਾ ਜਵਾਬ ਕੀ ਹੈ, ਕਿਤੇ ਪੁਰਾਤਨ ਸਰੋਤਾਂ ਦੇ ਵਿੱਚ ਪੜਿਓ। ਕਹਿੰਦਾ ਵਲੀ ਜੀ ਇੱਕ ਹੀ ਤਾਂ ਦਿਲ ਸੀ, ਉਹ ਗੁਰੂ ਨਾਨਕ ਨੂੰ ਦੇ ਦਿੱਤਾ, ਹੁਣ ਤੁਹਾਨੂੰ ਕੀ ਦੇਵਾਂ।
ਇੰਨੇ ਸਮਰਪਣ ਦੀ ਲੋੜ ਹੁੰਦੀ ਹੈ ਸਭ ਤੋਂ ਪਹਿਲਾਂ। ਉਹ ਸਮਰਪਣ ਕਿ ਵਲੀ ਜੀ ਇੱਕ ਹੀ ਤਾਂ ਦਿਲ ਸੀ, ਇੱਕ ਹੀ ਤਾਂ ਮਨ ਸੀ, ਉਹ ਗੁਰੂ ਨਾਨਕ ਨੂੰ ਦੇ ਦਿੱਤਾ। ਜੇ ਦੋ ਹੁੰਦੇ ਤੇ ਇੱਕ ਤੁਹਾਨੂੰ ਵੀ ਦੇ ਦਿੰਦਾ। ਜਿਹੜਾ ਇੱਕ ਸੀ ਉਹ ਤਾਂ ਇੱਕ ਨੂੰ ਦੇ ਦਿੱਤਾ, ਹੁਣ ਮੈਂ ਤੁਹਾਨੂੰ ਕੀ ਦੇਵਾਂ। ਸੋ ਇਹ ਹੈ ਸਮਰਪਣ ਦਾ ਸਿਖਰ, ਕਿ ਜਿੱਥੇ ਸਿੱਖ ਆਪਣੇ ਇਸ਼ਟ ਤੋਂ ਬਿਨਾਂ ਕਿਸੇ ਦੇ ਅੱਗੇ ਸਿਰ ਝੁਕਾਉਂਦਾ ਹੀ ਨਹੀਂ। ਜਿੰਨਾ ਚਿਰ ਤੱਕ ਸਾਡੇ ਮਨ ਦੇ ਵਿੱਚ ਇਹ ਸਮਰਪਣ ਨਾ ਹੋਵੇ, ਔਰ ਉਹ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀ ਉਮਰ, ਮੈਂ ਕਹਿੰਦਾ ਉਮਰ ਤੇ ਕਈ ਯੁੱਗ ਜਾਂ ਕਈ ਉਮਰਾਂ ਲੱਗ ਜਾਣ ਤੇ ਇਸ ਦੇ ਗਿਆਨ ਦਾ ਥਾਂ ਨਹੀਂ ਪਾਇਆ ਜਾ ਸਕਦਾ। ਮੈਂ ਸੁਕਰਾਤ ਦੀ ਤੁਹਾਡੇ ਨਾਲ ਉਦਾਹਰਨ ਸਾਂਝੀ ਕਰ ਰਿਹਾ ਸੀ। ਸੁਕਰਾਤ ਕਹਿੰਦਾ ਕਿ ਜਦੋਂ ਮੈਂ ਬਹੁਤ ਅਧਿਐਨ ਕਰ ਲਿਆ ਫਲਸਫੇ ਦਾ, ਪਰ ਬੜੀਆਂ ਵਧੀਆ ਗੱਲਾਂ ਵੀ ਸੁਕਰਾਤ ਨੇ ਲਿਖੀਆਂ। ਸੁਕਰਾਤ ਦੀ ਇੱਕ ਗੱਲ ਬੜੀ ਅਹਿਮ ਹੈ, ਉਹ ਹੈ ਕਿ ਬਿਹਾਈਂਡ ਦਾ ਸੀਨ, ਕਿ ਕਿਸੇ ਨਾ ਕਿਸੇ ਚੀਜ਼ ਦੇ ਪਿੱਛੇ ਕੋਈ ਕਾਰਨ ਜ਼ਰੂਰ ਹੁੰਦਾ ਹੈ। ਉਹ ਕਾਰਨ ਪਰਮਾਤਮਾ ਦੇ ਨਿਰਾਕਾਰ ਤੋਂ ਰੂਪ ਤੋਂ ਲੈ ਕੇ ਸਰਾਕਾਰ ਤੱਕ ਕੋਈ ਵੀ ਹੋ ਸਕਦਾ। ਪਰਮਾਤਮਾ ਵੀ ਹੋ ਸਕਦਾ ਹੈ ਤੇ ਪਰਮਾਤਮਾ ਦਾ ਬਣਾਇਆ ਮਨੁੱਖ ਵੀ ਹੋ ਸਕਦਾ ਹੈ, ਪਰ ਕੁਝ ਵੀ ਅਕਾਰਨ ਨਹੀਂ ਹੁੰਦਾ। ਇੱਥੋਂ ਤੱਕ ਉਦਾਹਰਨ ਦਿੰਦਾ ਹੈ, ਕਹਿੰਦਾ ਜੇਕਰ ਤੁਸੀਂ ਕਿਤੇ ਖੜੇ ਹੋ ਤੇ ਸਾਹਮਣੇ ਕੰਧ ਦੇ ਉੱਪਰ ਤੁਹਾਡਾ ਪਰਛਾਵਾਂ ਪੈ ਰਿਹਾ ਨਾ, ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਰੌਸ਼ਨੀ ਜ਼ਰੂਰ ਹੈ। ਜੇ ਕਿਤੇ ਤੁਹਾਡੇ ਪਿੱਛੇ ਰੌਸ਼ਨੀ ਨਾ ਹੋਵੇ ਤੇ ਤੁਹਾਡਾ ਅੱਗੇ ਪਰਛਾਵਾਂ ਬਣ ਹੀ ਨਹੀਂ ਸਕਦਾ। ਉਹ ਇਸ ਗੱਲ ਦੇ ਉੱਪਰ ਬੜਾ ਜ਼ੋਰ ਦਿੰਦਾ ਵੀ ਜੋ ਵੀ ਵਾਪਰ ਰਿਹਾ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਪਰ ਇਸ ਤੋਂ ਪਹਿਲਾਂ ਇੰਨਾ ਵੱਡਾ ਫਲਸਫਾ ਸੰਸਾਰ ਨੂੰ ਦੇਣ ਤੋਂ ਪਹਿਲਾਂ ਇੱਕ ਵਾਰੀ ਉਹਦੇ ਵੀ ਮਨ ਦੇ ਵਿੱਚ ਇੱਕ ਹੰਕਾਰ ਨੇ ਜਨਮ ਲੈ ਲਿਆ ਕਿ ਜਿੰਨਾ ਅਧਿਐਨ ਜਾਂ ਫਿਰ ਉਸ ਸਮੇਂ ਦੇ ਸਮਕਾਲੀ ਸਰੋਤ ਇਤਿਹਾਸ ਤੇ ਫਲਸਫੇ ਨੂੰ ਜਿੰਨਾ ਮੈਂ ਪੜ੍ਹ ਲਿਆ, ਫਲਸਫੇ ਤੋਂ ਲੈ ਕੇ ਭੂਗੋਲ ਤੱਕ ਜਿੰਨਾ ਮੈਂ ਜਾਣਦਾ ਹਾਂ, ਸ਼ਾਇਦ ਮੇਰੇ ਜਿੰਨਾ ਕੋਈ ਗਿਆਨਵਾਨ ਨਹੀਂ। ਔਰ ਇਸੇ ਹੀ ਅਹੰਕਾਰ ਦੇ ਵਿੱਚ ਇੱਕ ਦਿਨ ਸਮੁੰਦਰ ਦੇ ਕੰਢੇ ਸੈਰ ਕਰ ਰਿਹਾ ਸੀ। ਸੈਰ ਕਰਦਿਆਂ ਕਰਦਿਆਂ ਇੱਕ 5 ਸਾਲ ਦਾ ਬੱਚਾ ਉਸਦੇ ਕੋਲ ਆਇਆ ਤੇ ਕਹਿੰਦਾ, ਬਜ਼ੁਰਗੋ ਮੈਨੂੰ 5 ਪੈਸੇ ਦੇ ਦਿਓ। ਉਹਨਾਂ ਸਮਿਆਂ 'ਚ 5 ਪੈਸੇ ਬੜੀ ਵੱਡੀ ਚੀਜ਼ ਸੀ। 5 ਪੈਸੇ ਦੇ ਦਿਓ। ਸੁਕਰਾਤ ਕਹਿੰਦਾ, ਮੈਂ ਬੱਚੇ ਨੂੰ ਪੁੱਛਿਆ, ਬੇਟੇ 5 ਪੈਸੇ ਕੀ ਕਰਨੇ ਨੇ? ਕਹਿੰਦਾ, ਕੁੱਜਾ ਖਰੀਦਣਾ। ਛੋਟਾ ਜਿਹਾ ਸਮੁੰਦਰ ਦੇ ਕੰਢੇ ਕੋਈ ਮਿੱਟੀ ਦੇ ਕੁੱਜੇ ਵੇਚ ਰਿਹਾ ਸੀ। ਕਹਿੰਦਾ, ਮੈਂ ਉਹ ਕੁੱਜਾ ਖਰੀਦਣਾ। ਸੁਕਰਾਤ ਕਹਿੰਦਾ ਕਿ ਮੈਂ ਪੈਸੇ ਦੇ ਦਿੱਤੇ ਤੇ ਉਹਦੇ ਨਾਲ ਕੁੱਜਿਆਂ ਵਾਲੇ ਵੇਚਣ ਵਾਲੇ ਦੇ ਕੋਲ ਵੀ ਚਲਾ ਗਿਆ ਤੇ ਜਾ ਕੇ ਮੈਂ ਉਸਨੂੰ ਕਿਹਾ ਕਿ ਇਹ ਬੱਚਾ ਕੁੱਜਾ ਖਰੀਦਣਾ ਚਾਹੁੰਦਾ ਹੈ ਤੇ ਇਸ ਨੂੰ ਦੇ ਦਿਓ। ਕਹਿੰਦਾ ਉਸਨੇ ਕੁੱਜਾ ਦੇ ਦਿੱਤਾ ਤੇ ਮੈਂ ਸੋਚਿਆ ਕਿ ਬੱਚਾ ਹੁਣ ਕੁੱਜਾ ਲੈਣ ਤੋਂ ਬਾਅਦ ਇੰਨੀ ਕੁ ਮੰਗ ਸੀ ਜਾਂ ਲੋੜ ਸੀ ਜਾਂ ਇਹਦੇ ਵਾਸਤੇ ਖਿਡਾਉਣਾ ਹੈ ਜਾਂ ਘਰ ਦੇ ਵਿੱਚ ਲੋੜ ਹੋਵੇਗੀ, ਬੱਚਾ ਚਲਾ ਜਾਵੇਗਾ। ਬੱਚਾ ਫਿਰ ਮੇਰੇ ਕਹਿੰਦਾ ਨਾਲ ਤੁਰ ਰਿਹਾ, ਉਹ ਮੇਰੇ ਨਾਲ ਤੁਰਦਾ ਆ ਰਿਹਾ ਤੇ ਕਹਿੰਦਾ ਥੋੜਾ ਜਿਹਾ ਕੁਛ ਅੱਗੇ ਫਰਲਾਂਗ ਜਾ ਕੇ ਮੈਂ ਪੁੱਛਿਆ, ਬੇਟਾ ਤੂੰ ਪੈਸੇ ਮੰਗੇ, ਮੈਂ ਦੇ ਦਿੱਤੇ, ਤੂੰ ਕਿਹਾ ਕੁੱਜਾ ਲੈ ਦੋ, ਮੈਂ ਲੈ ਦਿੱਤਾ, ਹੁਣ ਤੂੰ ਮੇਰੇ ਨਾਲ ਕਿਉਂ ਤੁਰ ਰਿਹਾ? ਹੁਣ ਤੇਰੀ ਮੰਗ ਕੀ ਹੈ? ਤੂੰ ਹੁਣ ਕੀ ਚਾਹੁੰਦਾ ਹੈ? ਉਹ ਕਹਿੰਦਾ, ਆ ਸਮੁੰਦਰ ਜਿਹੜਾ ਨਾ ਇਹ ਕੁੱਜੇ 'ਚ ਪਾ ਦੇ। ਸੁਕਰਾਤ ਕਹਿੰਦਾ, ਮੈਂ ਹੱਸਿਆ ਤੇ ਉਹਨੂੰ ਸਮਝਾਇਆ ਵੀ, ਬੇਟਾ ਇੰਜ ਨਹੀਂ ਹੋ ਸਕਦਾ। ਕੁੱਜਾ ਬਹੁਤ ਛੋਟਾ ਹੈ, ਸਮੁੰਦਰ ਬਹੁਤ ਵਿਸ਼ਾਲ ਹੈ। ਇਹ ਸਾਰਾ ਸਮੁੰਦਰ ਤੇਰੇ ਕੁੱਜੇ 'ਚ ਨਹੀਂ ਪੈ ਸਕਦਾ। ਕੁਝ ਬੂੰਦਾਂ, ਕੁਝ ਪਾਣੀ ਪੈ ਸਕਦਾ, ਸਮੁੰਦਰ ਕੁੱਜੇ 'ਚ ਨਹੀਂ ਪੈ ਸਕਦਾ। ਕਹਿੰਦਾ ਬੱਚਾ ਕੁਛ ਦੇਰ ਤੇ ਨਾਲ ਤੁਰਦਾ ਰਿਹਾ ਤੇ ਮੁੜ ਕੇ ਉਹਨੇ ਕੁੱਜਾ ਸਮੁੰਦਰ 'ਚ ਸੁੱਟ ਦਿੱਤਾ। ਕਹਿੰਦਾ ਮੈਨੂੰ ਗੁੱਸਾ ਆਇਆ। ਉਹਨਾਂ ਸਮਿਆਂ 'ਚ 5 ਪੈਸੇ ਬੜੀ ਵੱਡੀ ਚੀਜ਼ ਸੀ। ਕਹਿੰਦਾ ਮੈਨੂੰ ਗੁੱਸਾ ਆਇਆ ਤੇ ਕਹਿੰਦਾ ਮੈਂ ਤਲਖੀ ਦੇ ਨਾਲ ਗਿਆ, ਵਿੱਚ ਆ ਕੀ ਕੀਤਾ ਏ? ਪਹਿਲਾਂ ਤੂੰ ਪੈਸੇ ਮੰਗੇ, ਮੈਂ ਮੰਨ ਗਿਆ, ਤੂੰ ਕਿਹਾ ਕੁੱਜਾ ਲੈ ਦੋ, ਮੈਂ ਮੰਨ ਗਿਆ, ਫਿਰ ਤੂੰ ਜਿੱਦ ਕੀਤੀ ਕਿ ਸਮੁੰਦਰ ਕੁੱਜੇ 'ਚ ਪਾ ਦਿਓ, ਮੈਂ ਤੈਨੂੰ ਫਿਰ ਵੀ ਪਿਆਰ ਦੇ ਨਾਲ ਸਮਝਾਇਆ ਕਿ ਉਹ ਇਹਦੇ 'ਚ ਨਹੀਂ ਪੈ ਸਕਦਾ। ਤੇ ਕਹਿੰਦਾ ਬਜ਼ੁਰਗੋ, ਜੇਕਰ ਸਮੁੰਦਰ ਕੁੱਜੇ 'ਚ ਨਹੀਂ ਪੈ ਸਕਦਾ ਤੇ ਕੁੱਜਾ ਤੇ ਸਮੁੰਦਰ 'ਚ ਪੈ ਸਕਦਾ।
ਜੇਕਰ ਗਿਆਨ ਇਹਦੇ ਵਿੱਚ ਨਹੀਂ ਸਾਰਾ ਸਮਾ ਸਕਦਾ ਬਾਣੀ ਦਾ, ਤਾਂ ਇਹ ਤਾਂ ਬਾਣੀ 'ਚ ਸਮਾ ਸਕਦਾ। ਮਨ ਤਾਂ ਬਾਣੀ 'ਚ ਲਾਈਏ ਨਾ, ਆਪਣੇ ਆਪ ਨੂੰ ਸਮਰਪਿਤ ਤੇ ਕਰੀਏ, ਆਪਣੇ ਆਪ ਨੂੰ ਡੈਡੀਕੇਟ ਤੇ ਕਰੀਏ ਨਾ ਕਿਸੇ ਵੀ ਕੰਮ ਦੇ ਵਾਸਤੇ। ਜਦੋਂ ਗਿਆਨ ਦਾ ਸੋਮਾ ਹੀ ਇੰਨਾ ਵੱਡਾ ਹੋਵੇ, ਤੇ ਫਿਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਆਪ ਨਿਮਾਣੇ ਬਣ ਕੇ ਉਹਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ, ਤੇ ਫਿਰ ਗੁਰੂ ਜਾਣਦਾ ਹੈ। ਤੇ ਸਭ ਤੋਂ ਵੱਡੀ ਫਿਰ ਅਹਿਮ ਗੱਲ ਆ ਜਾਂਦੀ ਹੈ ਡੈਡੀਕੇਸ਼ਨ, ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਆਪਣੀ ਉਸ ਰਚਨਾ 'ਚ ਸਮਝਾਉਂਦੇ ਨੇ ਕਿ ਹੋਏ ਵਡੇਵਾ ਜੱਗ ਵਿੱਚ, ਬੀਜੇ ਤਨ ਖੇਹ ਨਾਲ ਰਲਾਇਆ। ਅਗਲੀ ਗੱਲ ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਬੂਟੀ ਹੋਈ ਕਪਾਹ ਦੀ। ਹੁਣ ਬੀਜ ਨੇ ਆਪਣਾ ਆਪ ਗਵਾ ਦਿੱਤਾ ਤੇ ਬੂਟੇ ਦੇ ਰੂਪ ਦੇ ਵਿੱਚ ਜ਼ਮੀਨ ਤੋਂ ਬਾਹਰ ਆ ਗਿਆ। ਬੂਟੀ ਹੋਏ ਕਪਾਹ ਦੀ। ਫਿਰ ਅਗਲੀ ਅਵਸਥਾ ਸਮਰਪਣ ਤੋਂ ਬਾਅਦ, ਟੀਂਡੇ ਹੱਸ ਹੱਸ ਆਪ ਖੜਾਇਆ। ਫਿਰ ਮਨ ਦਾ ਖੇੜਾ, ਫਿਰ ਮਨ ਦੀ ਖੁਸ਼ੀ, ਫਿਰ ਮਨ ਦਾ ਆਨੰਦ। ਉਹ ਆਨੰਦ ਜਿਹੜਾ ਕਿਸੇ ਵੀ ਕਿਸਮ ਦੇ ਉੱਪਰ ਤੇ ਕਿਸੇ ਵੀ ਕੀਮਤ ਦੇ ਉੱਪਰ ਗਵਾਚਦਾ ਨਹੀਂ। ਇਹ ਉਹ ਆਨੰਦ ਹੈ ਤੇ ਉਹ ਰੰਗ ਜਿਹੜਾ ਕਦੀ ਲਹਿੰਦਾ ਹੀ ਨਹੀਂ। ਜਿਹੜਾ ਰੰਗ ਮਨੁੱਖ ਨੂੰ ਆਪਣਾ ਆਪਾ ਸਮਰਪਿਤ ਕਰਨ ਤੋਂ ਬਾਅਦ ਪ੍ਰਾਪਤ ਹੁੰਦਾ ਹੈ, ਉਸ ਰੰਗ ਨੂੰ ਅਸੀਂ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ। ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਦੀਠ। ਫਿਰ ਉਸ ਰੰਗ ਦੇ ਵਿੱਚ ਉਹ ਜਿਹੜਾ ਖੇੜਾ ਹੈ, ਉਸ ਖੇੜੇ ਦੇ ਵਿੱਚ ਮਨੁੱਖ ਦੇ ਮਨ ਦੇ ਵਿੱਚੋਂ ਮੌਤ ਦਾ ਭੈ ਵੀ ਮੁੱਕ ਜਾਂਦਾ ਹੈ। ਉਹ ਖੁਸ਼ ਹੈ, ਉਹ ਆਨੰਦ ਚਿੱਤ ਹੈ। ਕਿਉਂ? ਕਿਉਂਕਿ ਉਸਨੇ ਆਪਣਾ ਆਪਾ ਸਮਰਪਿਤ ਕਰ ਦਿੱਤਾ ਨਾ। ਜਿਸ ਨੂੰ ਅਸੀਂ ਕਹਿੰਦੇ ਕਿ ਸ਼ਬਦ ਮਰੈ ਫਿਰ ਜੀਵੇ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਹੁਣ ਮਨ ਦਾ ਡਰ ਨਿਕਲ ਚੁੱਕਿਆ, ਤੇ ਜਦੋਂ ਇਹ ਡਰ ਨਿਕਲ ਜਾਂਦਾ ਹੈ ਸਮਰਪਣ ਤੋਂ ਬਾਅਦ, ਫਿਰ ਉਸੇ ਅਵਸਥਾ ਨੂੰ ਅਸੀਂ ਕਹਿੰਦੇ ਕਿ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਨਹੀਂ ਤੇ ਅਕਸਰ ਸੰਸਾਰ ਦੇ ਵਿੱਚ ਕਬੀਰ ਸਾਹਿਬ ਨੇ ਫੈਸਲਾ ਕੀਤਾ, ਜਿਹੇ ਮਰਨੇ ਸਭ ਜਗਤ ਤਰਾਸਿਆ। ਤਰਾਸ, ਡਰ। ਅਸੀਂ ਸਾਰੇ ਮੌਤ ਤੋਂ ਡਰਦੇ ਨਾ। ਡਾਕਟਰੀ ਸਹਾਇਤਾ ਤੋਂ ਲੈ ਕੇ ਰੋਟੀ ਖਾਣ ਤੱਕ ਸਾਡੇ ਜਿੰਨੇ ਵੀ ਉਪਰਾਲੇ ਨੇ ਜ਼ਿੰਦਗੀ ਜਿਉਣ ਦੇ ਨੇ। ਮਰਨਾ ਸੀ ਕੋਈ ਨਹੀਂ ਚਾਹੁੰਦੇ। ਤੇ ਕਬੀਰ ਸਾਹਿਬ ਕਹਿੰਦੇ, ਜਿਹੇ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੂ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਲ। ਬੰਦਾ ਰੋਜ਼ ਮਰਦਾ ਜਦੋਂ ਉਹ ਆਪਣਾ ਆਪਾ ਆਪਣੇ ਇਸ਼ਟ ਦੇ ਅੱਗੇ ਸਮਰਪਿਤ ਨਹੀਂ ਕਰਦਾ। ਇਨਸਾਨ ਰੋਜ਼ ਮਰਦਾ, ਰੋਜ਼ ਡਰਦਾ ਹੈ, ਪਰ ਜਦੋਂ ਸਮਰਪਿਤ ਕਰ ਦਿੰਦੇ ਫਿਰ ਡਰ ਕਰ, ਫਿਰ ਭੈ ਕਿਆਦਾ। ਆਪਣੇ ਨੇੜੇ ਦੀ ਘਟਨਾ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ, ਮਰਦਾਨਾ ਜੀ ਦੇ ਨਾਲ ਆਏ ਨੇ ਇਸ ਇਲਾਕੇ ਦੇ ਵਿੱਚ ਇੱਕ ਬੱਚਾ ਡੰਗਰ ਚਾਰ ਰਿਹਾ, ਮੱਝਾਂ ਚਾਰ ਰਿਹਾ, ਤੇ ਪਾਤਸ਼ਾਹ ਉੱਥੇ ਆ ਕੇ ਬੈਠੇ ਮਰਦਾਨਾ ਜੀ ਨਾਲ ਨੇ। ਉਸ ਬੱਚੇ ਨੇ ਬਿਨਾਂ ਮੰਗਣ ਤੋਂ ਮੱਝ ਦਾ ਦੁੱਧ ਚੋਇਆ ਤੇ ਇੱਕ ਛੋਟੇ ਜਿਹੇ ਪਿਆਲੇ ਦੇ ਵਿੱਚ ਲਿਆ ਕੇ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤਾ। ਗੁਰੂ ਸਾਹਿਬ ਨੇ ਛਕਿਆ, ਮਰਦਾਨਾ ਜੀ ਨੂੰ ਵੀ ਛਕਾਇਆ। ਤੇ ਜਦੋਂ ਦੁੱਧ ਛਕ ਲਿਆ ਨਾ, ਤੇ ਫਿਰ ਉਹ ਬੱਚਾ ਕਹਿੰਦਾ, ਮਹਾਂਪੁਰਸ਼ੋ, ਇਤਿਹਾਸ ਦੇ ਮੁਤਾਬਕ 13 ਸਾਲ ਦੀ ਉਮਰ ਬੱਚੇ ਸਵਾਲ ਕਰਦਾ, ਮਹਾਂਪੁਰਸ਼ੋ ਮੈਂ ਇੱਕ ਸਵਾਲ ਪੁੱਛ ਸਕਦਾ? ਪਾਤਸ਼ਾਹ ਨੇ ਕਿਹਾ, ਬਿਲਕੁਲ ਸਵਾਲ ਪੁੱਛ ਸਕਦਾ। ਤੇਰਾ ਸਵਾਲ ਕੀ ਹੈ? ਕਹਿੰਦਾ ਕਿ ਸਾਡੇ ਪਿੰਡ ਦੇ ਵਿੱਚ ਤੁਰਕ ਆਏ ਸੀ, ਤੁਰਕ ਫੌਜੀ ਆਏ ਸੀ, ਉਹਨਾਂ ਦੀਆਂ ਫੌਜਾਂ ਆਈਆਂ ਸੀ, ਤੇ ਉਹ ਜਦੋਂ ਬੜੇ ਘੋੜੇ ਲੈ ਕੇ ਸਾਡੇ ਪਿੰਡ ਦੇ ਵਿੱਚ ਰੁਕੇ ਨਾ, ਤੇ ਉਹਨਾਂ ਦੇ ਘੋੜਿਆਂ ਨੇ ਜਿਨ੍ਹਾਂ ਦੀਆਂ ਫਸਲਾਂ ਪੱਕੀਆਂ ਸੀ ਉਹ ਵੀ ਉਜਾੜ ਦਿੱਤੀਆਂ, ਤੇ ਜਿਹੜੀਆਂ ਕੱਚੀਆਂ ਸੀ ਉਹ ਵੀ ਉਜਾੜ ਦਿੱਤੀਆਂ। ਪੱਕੀਆਂ ਫਸਲਾਂ ਵੀ ਉਜਾੜ ਦਿੱਤੀਆਂ ਤੇ ਕੱਚੀਆਂ ਫਸਲਾਂ ਵੀ ਉਜਾੜ ਦਿੱਤੀਆਂ। ਤੇ ਪਾਤਸ਼ਾਹ ਕਹਿੰਦੇ, ਠੀਕ ਹੈ, ਮੈਂ ਤੇਰੀ ਗੱਲ ਨੂੰ ਸੁਣ ਲਿਆ, ਸਵਾਲ ਕੀ ਹੈ? ਕਹਿੰਦਾ, ਸਵਾਲ ਇਹ ਹੈ ਕਿ ਜਿਹੜਾ ਡੱਡ ਹੈ, ਜਿਹਦੇ ਕੋਲ ਤਾਕਤ ਹੈ, ਜਿਹਦੇ ਕੋਲ ਸਮਰੱਥਾ ਹੈ,
ਉਹ ਕੱਚੀ ਫਸਲ ਨੂੰ ਵੀ ਨੁਕਸਾਨ ਕਰ ਸਕਦਾ ਹੈ ਤੇ ਉਹ ਪੱਕੀ ਨੂੰ ਵੀ ਨੁਕਸਾਨ ਕਰ ਸਕਦਾ ਹੈ। ਮੇਰਾ ਸਵਾਲ ਇਹ ਹੈ ਕਿ ਅਸੀਂ ਸਾਰੇ ਪਰਮਾਤਮਾ ਦੀ ਫਸਲ ਆ ਤੇ ਪਰਮਾਤਮਾ ਜਦੋਂ ਚਾਹੇ ਸਾਨੂੰ ਕੱਟ ਸਕਦਾ ਹੈ, ਜਦੋਂ ਚਾਹੇ ਸਾਡੇ ਸਾਹਾਂ ਦੀ ਤੰਦ ਕੱਟੀ ਜਾ ਸਕਦੀ ਹੈ। ਮੇਰਾ ਸਵਾਲ ਤਾਂ ਇਹ ਹੈ ਕਿ ਮੇਰੀ ਉਮਰ ਛੋਟੀ ਹੈ, ਪਰ ਮੈਂ ਸਵਾਲ ਇਹ ਕਰਨਾ ਚਾਹੁੰਦਾ ਹਾਂ ਕਿ ਇਸ ਛੋਟੀ ਉਮਰ ਦੇ ਵਿੱਚ ਮੈਨੂੰ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ ਕਿ ਸਾਹਾਂ ਦੀ ਤੰਦ ਕੱਟੀ ਵੀ ਜਾਵੇ ਪਰ ਮੈਂ ਸੰਪੂਰਨ ਹੋ ਜਾਵਾਂ। ਤੇ ਪਾਤਸ਼ਾਹ ਨੇ ਜਵਾਬ ਪਤਾ ਕੀ ਦਿੱਤਾ? ਬੇਟਾ ਪਹਿਲਾਂ ਨਾਂ ਦੱਸ ਕੀ ਹੈ? ਕਹਿੰਦਾ ਜੀ ਨਾਮ ਬੂੜਾ। ਤੇ ਕਹਿੰਦੇ ਬੇਸ਼ੱਕ ਨਾਮ ਬੂੜਾ ਤੇ ਉਮਰ ਛੋਟੀ, ਪਰ ਗੱਲਾਂ ਬੁੱਢਿਆਂ ਵਾਲੀਆਂ ਨੇ। ਤੇ ਉਹੀ ਬਾਬਾ ਬੁੱਢਾ ਜੀ ਬਣ ਕੇ ਇਤਿਹਾਸ ਦੇ ਵਿੱਚ ਮਸ਼ਹੂਰ ਹੁੰਦੇ ਨੇ। ਹੁਣ ਕਿਉਂ ਮਸ਼ਹੂਰ ਹੁੰਦੇ ਨੇ? ਕਿ ਕਿਹੜੀ ਉਮਰ ਦੇ ਵਿੱਚ ਮਨ ਦੇ ਵਿੱਚ ਸਵਾਲ ਕਿਹੜਾ ਪੈਦਾ ਹੋਇਆ? ਮਨ ਦੇ ਵਿੱਚ ਸਵਾਲ ਕਿਸ ਨੇ ਜਨਮ ਲਿਆ? ਆਪਾਂ ਪਾਵਨ ਬਾਣੀ ਚ ਪੜ੍ਹਦੇ ਨਾ, ਮਨ ਮੇਰੇ ਅੰਨ ਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ। ਅਸੀਂ ਪਰਮਾਤਮਾ ਨੂੰ ਕਹਿੰਦੇ ਕਿ ਪਰਮਾਤਮਾ ਤੇਰੀ ਖੇਤੀਆਂ ਤੂੰ ਰੱਖ ਲੈ, ਪਰ ਇਹ ਵੀ ਸਮਰੱਥਾ ਤੇਰੇ 'ਚ ਹੈ ਤੇ ਇਹ ਵੀ ਤੇਰੇ ਹੁਕਮ ਦੇ ਵਿੱਚ ਹੈ ਕਿ ਤੂੰ ਚਾਹੇ ਤੇ ਕੱਚੀ ਨੂੰ ਵੱਢ ਸਕਦਾ ਹੈ ਤੇ ਤੂੰ ਚਾਹੇ ਤੇ ਪੱਕੀ ਨੂੰ ਵੱਢ ਲਵੇਂ, ਪਰ ਇਹਨਾਂ ਜਨਤਾ ਕੇ ਵਸ ਕੁਛ ਨਹੀਂ, ਸਾਡੇ ਵਸ ਕੁਛ ਨਹੀਂ। ਇਸ ਫਸਲ ਦਾ ਮਾਲਕ ਪਰਮਾਤਮਾ ਹੈ। ਤੇ ਸੋ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਫਿਰ ਉਹ ਜਿਹੜਾ ਬੀਜ ਹੈ, ਜਿਨਨੇ ਆਪਣਾ ਆਪ ਗਵਾ ਲਿਆ, ਜਿਨਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ, ਫਿਰ ਉਹ ਅਗਲੀ ਅਵਸਥਾ ਦੇ ਵਿੱਚ ਪਹੁੰਚਿਆ। ਹੁਣ ਅਗਲੀ ਅਵਸਥਾ ਕੀ ਹੈ? ਅਗਲੀ ਅਵਸਥਾ ਇਹ ਹੈ ਕਿ ਹੁਣ ਦੋਹੇ ਮਿਲ ਵੇਲਣ ਵੇਲਿਆ। ਇੱਕ ਹੋਰ ਪ੍ਰੀਖਿਆ ਦੇ ਵਿੱਚੋਂ, ਇੱਕ ਹੋਰ ਸਖਤੀ ਦੇ ਵਿੱਚੋਂ ਲੰਘਣਾ ਪੈ ਗਿਆ। ਲੂ ਲੂ ਕਰ ਤੁੰਬ ਤੁੰਬਾਇਆ, ਕਿ ਸਭ ਤੋਂ ਪਹਿਲਾਂ ਤੇ ਵੇਲਣੇ ਦੇ ਵਿੱਚੋਂ ਕੱਢਿਆ ਤੇ ਫਿਰ ਵਿੱਚੋਂ ਵੜੇਵੇਂ ਵੱਖ ਕਰਨ ਦੇ ਵਾਸਤੇ ਤੂੰਬਾ ਤੂੰਬਾ ਕਰ ਦਿੱਤਾ। ਇਸ ਦਾ ਮਤਲਬ ਕਿ ਕਿਸੇ ਵੀ ਮਰਕਜ਼ ਦੇ ਉੱਪਰ, ਕਿਸੇ ਵੀ ਮੁਰਾਤਬਾ ਦੇ ਉੱਪਰ ਪਹੁੰਚਣ ਤੋਂ ਪਹਿਲਾਂ ਤੂੰਬਾ ਤੂੰਬਾ ਹੋਣ ਦੀ ਅਵਸਥਾ, ਕਿ ਆਪਣਾ ਆਪਾ ਗੁਰੂ ਨੂੰ ਇਸ ਤਰ੍ਹਾਂ ਦੇ ਨਾਲ ਸਮਰਪਿਤ ਕਰ ਦਿੱਤਾ ਜਾਵੇ ਕਿ ਉਹਦੇ ਵਿੱਚ ਵੀ ਉਹ ਆਨੰਦ 'ਚ, ਉਹਦੇ ਵਿੱਚ ਵੀ ਉਹ ਖੇੜੇ ਦੇ ਵਿੱਚ ਹੈ। ਤੇ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਲੂ ਲੂ ਕਰ ਤੁੰਬ ਮਿਲ ਵੇਲਣ ਮੇਲਿਆ, ਤੇ ਕੀ ਤੁਹਾਡੇ ਮਨ ਦੇ ਵਿੱਚ ਦੋ ਚਰਖੜੀਆਂ ਨਹੀਂ ਆ ਜਾਂਦੀਆਂ, ਜਿੱਥੇ ਸ਼ਬੇਗ ਸਿੰਘ ਤੇ ਸ਼ਹਬਾਜ਼ ਸਿੰਘ ਜਿਹੜੇ ਨੇ, ਉਹਨਾਂ ਦਾ ਤੂੰਬਾ ਤੂੰਬਾ ਇਸੇ ਤਰ੍ਹਾਂ ਹੀ ਉੱਡ ਰਿਹਾ ਹੋਵੇ, ਇਸੇ ਤਰ੍ਹਾਂ ਹੀ ਤੂੰਬਾ ਤੂੰਬਾ ਉੱਡ ਰਿਹਾ ਹੋਵੇ। ਕਾਹਦੇ ਕਰਕੇ? ਕਿ ਉਸ ਖੂਨ ਦੇ ਨਾਲ, ਇੱਥੇ ਉਦਾਹਰਨ ਕੱਪੜੇ ਦੀ ਹੈ ਕਿ ਰੰਗਦਾਰ ਕੱਪੜਾ ਬਣਨਾ ਹੈ, ਪਰ ਉਸ ਖੂਨ ਦੇ ਨਾਲ ਕੌਮ ਨੂੰ ਨਿਆਰੀ ਰੰਗਤ ਮਿਲਣੀ ਹੈ, ਇੱਕ ਵੱਖਰਾ ਰੂਪ ਮਿਲਣਾ ਹੈ ਕੌਮ ਨੂੰ। ਸ਼ਬੇਗ ਸਿੰਘ ਤੇ ਸ਼ਹਬਾਜ਼ ਸਿੰਘ, ਅਸੀਂ ਅਰਦਾਸ ਦੇ ਵਿੱਚ ਜਦੋਂ ਸਾਡੀ ਜਿਹੜੀ ਪੰਥਕ ਅਰਦਾਸ ਹੈ ਉਹਦੇ ਵਿੱਚ ਅਸੀਂ ਕਹਿੰਦੇ ਜਿਨ੍ਹਾਂ ਨੂੰ ਚਰਖੜੀ ਤੇ ਚਾੜਿਆ ਗਿਆ, ਸ਼ਬੇਗ ਸਿੰਘ ਤੇ ਸ਼ਹਬਾਜ਼ ਸਿੰਘ, ਉਹਨਾਂ ਦੇ ਬੇਟੇ ਨੂੰ ਚਰਖੜੀ ਤੇ ਚਾੜਿਆ ਗਿਆ। ਉਸ ਤੋਂ ਬਾਅਦ ਜਦੋਂ ਭਾਈ ਮਨੀ ਸਿੰਘ ਹੁਣਾਂ ਨੂੰ 1734 ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੇ ਸਮੇਂ ਵੀ ਕੁਝ ਸਿੱਖਾਂ ਨੂੰ ਚਰਖੜੀ ਦੇ ਉੱਪਰ ਚਾੜਿਆ ਗਿਆ। ਇਕੱਲੇ ਭਾਈ ਮਨੀ ਸਿੰਘ ਹੁਣਾਂ ਦੇ ਬੰਦ ਨਹੀਂ ਕੱਟੇ ਗਏ, ਉਹਨਾਂ ਦੇ ਨਾਲ ਹੋਰ ਵੀ ਕੁਝ ਸਿੱਖ ਸ਼ਹੀਦ ਕੀਤੇ ਗਏ, ਜਿਨ੍ਹਾਂ ਵਿੱਚ ਕਰਨ ਸਿੰਘ, ਭੂਪਤ ਸਿੰਘ, ਗੁਲਜ਼ਾਰਾ ਸਿੰਘ, ਇਹ ਕਾਫੀ ਨਾਮ ਸੀ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ। ਪਰ ਉਹਨਾਂ ਨੂੰ ਵੀ ਚਰਖੜੀ ਦੇ ਉੱਪਰ ਚਾੜਿਆ ਗਿਆ, ਭਾਈ ਮਨੀ ਸਿੰਘ ਦੇ ਸਮੇਂ ਵੀ ਸਿੱਖਾਂ ਨੂੰ। ਹੁਣ ਜਰਾ ਖਿਆਲ ਕਰੋ, ਇੱਕ ਗੱਲ ਨੂੰ ਇਹਦੇ ਵਿੱਚ ਸਮਝਣ ਦਾ ਯਤਨ ਕਰੀਏ। ਭਾਈ ਸ਼ਬੇਗ ਸਿੰਘ ਦਾ ਪੁੱਤਰ ਸ਼ਹਬਾਜ਼ ਸਿੰਘ, ਜੇਕਰ ਤੁਸੀਂ ਥੋੜਾ ਪਿਛੋਕੜ ਦੇ ਵਿੱਚ ਜਾਓ ਤੇ ਇਹਨਾਂ ਦਾ ਵਡੇਰਾ ਰਾਏ ਭਾਗੂ ਹੋਇਆ ਤੇ ਪਿੰਡ ਇਹਨਾਂ ਦਾ ਜੰਬਰ ਸੀ, ਲਾਹੌਰ ਦੇ ਕੋਲ ਪਿੰਡ ਜੰਬਰ ਹੈ ਪਾਕਿਸਤਾਨ ਦੇ ਵਿੱਚ, ਉੱਥੋਂ ਦੇ ਰਹਿਣ ਵਾਲੇ ਸੀ। ਤੇ ਪਰਿਵਾਰ ਤੀਸਰੇ ਪਾਤਸ਼ਾਹ ਦੇ ਸਮੇਂ ਸਿੱਖੀ ਦੇ ਵਿੱਚ ਆ ਗਿਆ ਸੀ, ਤੀਜੇ ਪਾਤਸ਼ਾਹ ਦੇ ਸਮੇਂ ਇਹ ਪਰਿਵਾਰ ਸਿੱਖੀ ਦੇ ਵਿੱਚ ਆ ਗਿਆ। ਭਾਈ ਸ਼ਬੇਗ ਸਿੰਘ ਜਿਹੜੇ ਨੇ, ਸ਼ਹਬਾਜ਼ ਸਿੰਘ ਦੇ ਪਿਤਾ, ਉਹ ਸਰਕਾਰੀ ਵਕੀਲ ਵੀ ਸਨ ਜ਼ਕਰੀਆ ਖਾਨ ਦੇ ਸਮੇਂ, ਤੇ ਜ਼ਕਰੀਆ ਖਾਨ ਉਹਨਾਂ ਦੇ ਉੱਪਰ ਇੰਨਾ ਵਿਸ਼ਵਾਸ ਕਰਦਾ ਸੀ
ਕਿ ਜਿਸ ਵੇਲੇ ਅਪ੍ਰੈਲ 1733 ਦੇ ਵਿੱਚ ਸਿੱਖਾਂ ਨੂੰ ਨਵਾਬੀ ਭੇਜੀ ਗਈ ਹੈ ਤੇ ਉਦੋਂ ਵੀ ਜ਼ਕਰੀਆ ਖਾਨ ਨੇ ਨਵਾਬੀ ਦੀ ਖਿੱਲਤ ਦੇ ਕੇ ਸਰਦਾਰ ਸ਼ਬੇਗ ਸਿੰਘ ਨੂੰ ਹੀ ਸਿੱਖਾਂ ਦੇ ਕੋਲ ਭੇਜਿਆ ਸੀ। ਹੁਣ ਉੱਥੇ ਮੈਂ ਫਿਰ ਨਾਲ ਕੁਝ ਗੱਲਾਂ ਸਾਂਝੀਆਂ ਕਰ ਲਈਏ ਕਿ ਅੱਜ ਤੇ ਕੋਈ ਛੋਟਾ ਜਿਹਾ ਵੀ ਸਾਨੂੰ ਅਹੁਦਾ ਮਿਲਣਾ ਹੋਵੇ ਨਾ, ਆ ਤੁਸੀਂ ਵੇਖ ਰਹੇ ਹੋ ਰੋਜ਼ ਚੈਨਲਾਂ ਦੇ ਉੱਪਰ, ਸਾਨੂੰ ਵੋਟ ਪਾ ਦਿਓ, ਸਾਨੂੰ ਬਣਾ ਦਿਓ, ਆਹ ਦਿੱਤਾ ਜਾਵੇਗਾ, ਸਾਨੂੰ ਬਣਾ ਦਿਓ, ਆਹ ਦਿੱਤਾ ਜਾਵੇਗਾ, ਸਾਨੂੰ ਬਣਾ ਦਿਓ, ਆਹ ਦਿੱਤਾ ਜਾਵੇਗਾ। ਲਾਲਚਾਂ ਦੇ ਵਿੱਚ ਹੀ ਅਸੀਂ ਆਪਣੇ ਕੌਮੀ ਭਵਿੱਖ ਨੂੰ ਗਹਿਣੇ ਰੱਖਦੇ ਜਾ ਰਹੇ ਹਾਂ। ਪਰ ਜਦੋਂ ਸਿੱਖਾਂ ਦੇ ਕੋਲ ਨਵਾਬੀ ਆਉਂਦੀ ਹੈ ਤੇ ਜਿਹੜਾ ਸਿੱਖਾਂ ਦੀ ਉਸ ਨਵਾਬੀ ਪ੍ਰਤੀ ਪ੍ਰਤੀਕਿਰਿਆ ਹੈ, ਜਿਹੜਾ ਰਿਐਕਸ਼ਨ ਹੈ, ਉਸ ਨੂੰ ਸਮਝਣ ਦਾ ਯਤਨ ਕਰੀਏ। ਉਦੋਂ ਕੌਮ ਦਾ ਜਥੇਦਾਰ ਹੈ ਸਰਦਾਰ ਦਰਬਾਰਾ ਸਿੰਘ। ਸ਼ਬੇਗ ਸਿੰਘ ਲਿਆ ਕੇ ਦਰਬਾਰਾ ਸਿੰਘ ਨੂੰ ਜਦੋਂ ਨਵਾਬੀ ਪੇਸ਼ ਕਰਦੇ ਨੇ ਤੇ ਦਰਬਾਰਾ ਸਿੰਘ ਕੌਮ ਦਾ ਧਾਰਮਿਕ ਤੇ ਰਾਜਨੀਤਿਕ ਆਗੂ ਵੀ ਹੈ। ਉਹਦਾ ਜਵਾਬ ਪਤਾ ਕੀ ਹੈ? ਕਹਿੰਦਾ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਖੈਰਾਤ ਦੇ ਵਿੱਚ ਨਵਾਬੀ ਨਹੀਂ ਲੈਣੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਖਾਲਸਾ ਰਾਜ ਕਰੇਗਾ ਤੇ ਜੇ ਜਿਉਂਦੇ ਰਹੇ ਤੇ ਮੈਦਾਨੇ ਜੰਗ ਦੇ ਵਿੱਚ ਲੜ ਕੇ ਰਾਜ ਲਵਾਂਗੇ, ਤੇ ਜੇਕਰ ਲੜਦੇ ਆ ਸ਼ਹੀਦ ਵੀ ਹੋ ਗਏ ਤੇ ਗੁਰੂ ਦੀ ਗੋਦ ਦੇ ਵਿੱਚ ਰਾਜ ਹੈ। ਫਿਰ ਉਸਨੇ ਦਰਬਾਰਾ ਸਿੰਘ ਤੋਂ ਬਾਅਦ ਸਰਦਾਰ ਸ਼ਬੇਗ ਸਿੰਘ ਨੇ ਇਹੀ ਨਵਾਬੀ ਜਿਹੜੀ ਹੈ 5 ਪਿਆਰਿਆਂ ਦੇ ਅੱਗੇ ਰੱਖ ਦਿੱਤੀ। ਇਹਨਾਂ 5 ਪਿਆਰਿਆਂ ਦੇ ਵਿੱਚ ਬਾਬਾ ਦੀਪ ਸਿੰਘ ਵੀ ਬੈਠੇ ਸੀ, ਸਰਦਾਰ ਕਰਮ ਸਿੰਘ ਸ਼ਹੀਦ ਵੀ ਬੈਠੇ ਸੀ, ਸਰਦਾਰ ਜੱਸਾ ਸਿੰਘ ਬੈਠੇ ਸੀ, ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਸਰਦਾਰ ਬੁੱਢਾ ਸਿੰਘ ਬੈਠਾ ਸੀ। ਇਹ ਸਾਰੇ 5 ਸਿੰਘਾਂ ਦੇ ਰੂਪ ਚ ਬੈਠੇ ਸੀ। ਤੇ ਜਦੋਂ ਇਹਨਾਂ ਦੇ ਅੱਗੇ ਉਹ ਨਵਾਬੀ ਰੱਖੀ ਗਈ ਤੇ ਹੁਣ ਇਹ ਜਿਹੜੇ 5 ਪਿਆਰੇ ਨੇ ਉਹ ਸਾਡੀ ਧਾਰਮਿਕ ਵਿਚਾਰਧਾਰਾ ਦੇ ਪ੍ਰਤੀਕ ਨੇ। ਉਹ ਸਾਡਾ ਧਾਰਮਿਕ ਪੰਚ ਪ੍ਰਧਾਨੀ ਸਿਸਟਮ ਹੈ। ਨਵਾਬੀ ਦਾ ਇਨਕਾਰ ਉਹਨਾਂ ਨੇ ਵੀ ਕੀਤਾ ਹੈ, ਪਰ ਉਹਨਾਂ ਨੇ ਕੀ ਕਹਿ ਕੇ ਕੀਤਾ? ਹਮਕੋ ਪਾਤਸ਼ਾਹੀ ਨਾਨਕ ਦਈ, ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਾਨੂੰ ਪਾਤਸ਼ਾਹੀ ਦਿੱਤੀ ਹੈ ਨਾ, ਨਵਾਬੀਅਤ ਤੋਂ ਵੱਡੀ ਹੋ ਹੀ ਨਹੀਂ ਸਕਦੀ, ਕਿ 5 ਪਿਆਰਿਆਂ ਤੋਂ ਵੱਡਾ ਉਹਦਾ ਹੋਰ ਕੋਈ ਹੋ ਹੀ ਨਹੀਂ ਸਕਦਾ। ਇਸ ਕਰਕੇ ਸਾਨੂੰ ਨਵਾਬੀ ਦੀ ਲੋੜ ਨਹੀਂ। ਫਿਰ ਕਿਹਾ ਗਿਆ ਕਿ ਗੁਰੂ ਸਾਹਿਬ ਤੋਂ ਹੁਕਮ ਲੈ ਲਓ। ਨਾ ਤਾਂ ਸਿੱਖਾਂ ਦਾ ਰਾਜਨੀਤਿਕ ਆਗੂ ਅਹੁਦਾ ਲੈਣ ਨੂੰ ਤਿਆਰ, ਨਾ ਧਾਰਮਿਕ ਆਗੂ ਅਹੁਦਾ ਲੈਣ ਨੂੰ ਤਿਆਰ, ਤੇ ਗੁਰੂ ਦੇ ਕੋਲੋਂ ਹੁਕਮ ਲਿਆ ਗਿਆ। ਤੇ ਹੁਕਮ ਜਦੋਂ ਸਿੰਘ ਨੇ ਉੱਥੇ ਪੜ੍ਹਿਆ ਬਾਣੀ ਦੇ ਵਿੱਚ, ਉਹ ਸੀ ਟਹਿਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧ ਕਿਰਪਾਲ। ਕੁਦਰਤਨ ਇਹ ਸ਼ਬਦ ਦਾ ਪਾਠ ਹੋ ਰਿਹਾ ਸੀ। ਰਤਨ ਸਿੰਘ ਭੰਗੂ ਹੁਣਾਂ ਨੇ ਪੰਥ ਪ੍ਰਕਾਸ਼ ਦੇ ਵਿੱਚ ਹੀ ਲਿਖਿਆ। ਫਿਰ ਸੋਚਿਆ ਕਿ ਹੁਣ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਜਿਹੜਾ ਸੇਵਾ ਕਰ ਰਿਹਾ ਉਹਦੀ ਝੋਲੀ ਚ ਨਵਾਬੀ ਪਾ ਦਿਓ। ਤੇ ਸੇਵਾ ਕਰ ਰਿਹਾ ਸੀ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ। ਮੈਦਾਨੇ ਜੰਗ ਦੇ ਵਿੱਚ ਲੜ ਕੇ ਆਇਆ ਸੀ, ਮੱਥੇ ਤੇ ਫੱਟ ਲੱਗਾ ਸੀ, ਇੱਕ ਹੱਥ ਦੇ ਉੱਪਰ ਵੀ ਫੱਟ ਲੱਗਾ ਸੀ, ਤੇ ਫਿਰ ਵੀ ਸੰਗਤ ਦੇ ਵਿੱਚ ਪੱਖੇ ਦੀ ਸੇਵਾ ਕਰ ਰਿਹਾ ਸੀ। ਤੇ ਜਦੋਂ ਉਸ ਨੂੰ ਕਿਹਾ ਗਿਆ ਕਿ ਪੰਥ ਨੇ ਫੈਸਲਾ ਕਰ ਲਿਆ ਨਵਾਬੀ ਤੈਨੂੰ ਦੇਣੀ ਹੈ, ਤੇ ਉਹ ਕਹਿੰਦਾ ਹੈ ਕਿ ਹਮਕੋ ਪਾਤਸ਼ਾਹੀ ਨਾਨਕ ਦਈ, ਹਮਕੋ ਲੋੜ ਨਵਾਬੀ ਨਹੀਂ। ਨਵਾਬੀ ਦੀ ਲੋੜ ਹੀ ਨਹੀਂ ਹੈ। ਸੇਵਾ ਕਰਨ ਦੇ ਵਿੱਚ ਬੜਾ ਆਨੰਦ ਆ ਰਿਹਾ, ਨਵਾਬੀ ਦੀ ਕੋਈ ਲੋੜ ਨਹੀਂ ਹੈ। ਸੇਵਾ ਕਰਨ ਦੇ ਵਿੱਚ ਬਹੁਤ ਆਨੰਦ ਆ ਰਿਹਾ। ਇਸ ਦਾ ਮਤਲਬ ਵੀਰ ਜੀ ਪਲੀਜ਼ ਮਾਇਆ ਨਾ ਰੱਖੋ, ਉੱਧਰ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕੋ। ਸੋ ਆਨੰਦ ਸੇਵਾ ਦੇ ਵਿੱਚ, ਆਨੰਦ ਸਮਰਪਣ ਦੇ ਵਿੱਚ, ਆਨੰਦ ਗੁਰੂ ਦੀ ਭੈ ਭਾਵਨਾ ਦੇ ਵਿੱਚ। ਤੇ ਸਰਦਾਰ ਸ਼ਬੇਗ ਸਿੰਘ ਹੁਣਾਂ ਨੇ ਨਵਾਬੀ ਜਦੋਂ ਸਰਦਾਰ ਕਪੂਰ ਸਿੰਘ ਨੂੰ ਦਿੱਤੀ ਤੇ ਫਿਰ ਸ਼ਰਤਾਂ ਨੇ ਅੱਗੇ ਨਵਾਬੀ ਲੈਣ ਲੱਗਿਆ। ਸ਼ਰਤਾਂ ਨੇ ਪਤਾ ਕੀ? ਇੱਕ ਤਾਂ ਮੈਂ ਸੰਗਤ ਦੇ ਪੱਖਾ ਝੱਲਣ ਦੀ ਸੇਵਾ ਨਹੀਂ ਕਰਨੀ, ਇੱਕ ਮੈਂ ਸੰਗਤ ਦੇ ਵਿੱਚ ਨੀਵੇਂ ਬੈਠਣਾ, ਤਖਤ ਤੇ ਨਹੀਂ ਬੈਠਣਾ, ਤੇ ਇੱਕ ਮੈਂ ਦਲ ਦੇ ਘੋੜਿਆਂ ਦੀ ਜਿਹੜੀ ਸਫਾਈ ਕਰਦਾ ਮੈਂ ਉਹ ਸੇਵਾ ਨਹੀਂ ਛੱਡਣੀ। ਸੇਵਾ ਨਹੀਂ ਛੱਡਣੀ, ਠੀਕ ਹੈ, ਨਵਾਬੀ ਦੀਆਂ ਜ਼ਿੰਮੇਵਾਰੀਆਂ ਮੈਂ ਨਿਭਾ ਦਿਆਂਗਾ। ਸਰਦਾਰ ਸ਼ਬੇਗ ਸਿੰਘ ਨਵਾਬੀ ਦੇ ਦਿੱਤੀ, ਵਾਪਸ ਚਲੇ ਗਏ। ਇਹਨਾਂ ਦਾ ਬੇਟਾ ਸ਼ਹਬਾਜ਼ ਸਿੰਘ, ਸ਼ਹਬਾਜ਼ ਸਿੰਘ ਬਹੁਤ ਹੀ ਰੌਸ਼ਨ ਦਿਮਾਗ ਵਿਦਿਆਰਥੀ ਸੀ, 17.5 ਸਾਲ ਦੀ ਉਮਰ ਸੀ। ਤੇ ਜਿਸ ਕਾਜ਼ੀ ਦੇ ਕੋਲ ਪੜ੍ਹਦਾ ਸੀ, ਕਾਜ਼ੀ ਦਾ ਨਾਮ ਅਬਦੁਲ ਹਕ ਸੀ। ਕਾਜ਼ੀ ਅਬਦੁਲ ਹਕ ਇੱਕ ਦਿਨ ਸੋਚਦਾ ਹੈ ਕਿ ਸ਼ਬੇਗ ਸਿੰਘ ਅਮੀਰ ਪਰਿਵਾਰ ਦੇ ਵਿੱਚੋਂ, ਸਰਕਾਰੀ ਦਰਬਾਰੇ ਵੀ ਬੜੀ ਚੱਲਦੀ ਹੈ, ਤੇ ਮੇਰੀ ਜਵਾਨ ਲੜਕੀ ਦਾ ਨਿਕਾਹ ਜੇਕਰ ਇਹਦੇ ਪੁੱਤਰ ਸ਼ਹਬਾਜ਼ ਸਿੰਘ ਦੇ ਨਾਲ ਹੋ ਜਾਵੇ ਤੇ ਸ਼ਹਬਾਜ਼ ਸਿੰਘ ਮੁਸਲਮਾਨ ਬਣ ਜਾਵੇ ਤਾਂ ਮੈਨੂੰ ਹੋਰ ਕੀ ਚਾਹੀਦਾ।
ਸ਼ਾਹਬਾਜ਼ ਸਿੰਘ ਨੂੰ ਜਿਸ ਮਦਰਸੇ ਦੇ ਵਿੱਚ ਫਾਰਸੀ ਪੜ੍ਹਾਈ ਜਾ ਰਹੀ ਸੀ, ਕਾਜ਼ੀ ਨੇ 2-3 ਵਾਰੀ ਗੁਰੂ ਸਾਹਿਬ ਦੀ ਤੋਹੀਨ ਕੀਤੀ ਤੇ ਇਵੇਂ ਦੀਆਂ ਗੱਲਾਂ ਕੀਤੀਆਂ ਕਿ ਸ਼ਾਹਬਾਜ਼ ਸਿੰਘ ਨੂੰ ਆਪਣੇ ਧਰਮ ਪ੍ਰਤੀ ਨਫ਼ਰਤ ਹੋ ਜਾਵੇ। ਪਰ ਸ਼ਾਹਬਾਜ਼ ਸਿੰਘ ਨੂੰ ਸਿੱਖੀ ਤਾਂ ਵਿਰਸੇ ਦੇ ਵਿੱਚ ਮਿਲੀ ਸੀ, ਸ਼ਬੇਗ ਸਿੰਘ ਦਾ ਪੁੱਤਰ ਸੀ। ਜਦੋਂ 2-3 ਦਿਨ ਕਾਜ਼ੀ ਨੇ ਇਵੇਂ ਦੀਆਂ ਗੱਲਾਂ ਕੀਤੀਆਂ ਅਬਦੁਲ ਹਕ ਨੇ, ਤਾਂ ਉਸ ਵੇਲੇ ਫਿਰ ਸ਼ਾਹਬਾਜ਼ ਸਿੰਘ ਅੱਗੋਂ ਕਹਿੰਦਾ, ਕਾਜ਼ੀ ਸਾਹਿਬ, ਜਿਹੜੀਆਂ ਗੱਲਾਂ ਤੁਸੀਂ ਸਾਡੇ ਰਹਿਬਰਾਂ ਦੇ ਬਾਰੇ ਕਰ ਰਹੇ ਹੋ, ਜੇਕਰ ਇਹੀ ਗੱਲਾਂ ਮੈਂ ਤੁਹਾਡੇ ਰਹਿਬਰਾਂ ਦੇ ਬਾਰੇ ਕਰਾਂ, ਕੀ ਤੁਸੀਂ ਬਰਦਾਸ਼ਤ ਕਰੋਗੇ? ਬਸ ਇਸੇ ਗੱਲ ਨੂੰ ਹੀ ਦਰਬਾਰ ਦੇ ਵਿੱਚ ਇਹ ਗੱਲ ਕਹਿ ਕੇ ਪੇਸ਼ ਕੀਤੀ ਗਈ ਕਿ ਸ਼ਾਹਬਾਜ਼ ਸਿੰਘ ਨੇ ਸਾਡੇ ਧਰਮ ਦੇ ਪੈਗੰਬਰਾਂ ਦੀ ਬੇਇੱਜ਼ਤੀ ਕੀਤੀ ਹੈ। ਕੇਸ ਚੱਲਿਆ ਗਿਆ, ਪਿਤਾ ਔਰ ਪੁੱਤਰ ਦੇ ਬਾਰੇ ਫਰਮਾਨ ਜਾਰੀ ਹੋ ਗਿਆ ਕਿ ਇਹਨਾਂ ਨੂੰ ਚੱਖੜੀ ਉੱਪਰ ਚਾੜ ਕੇ ਸ਼ਹੀਦ ਕੀਤਾ ਜਾਵੇਗਾ। ਇਸ ਫਤਵੇ ਦੇ ਪਿੱਛੇ ਜਾਂ ਇਸ ਫਰਮਾਨ ਜਾਰੀ ਹੋਣ ਦੇ ਪਿੱਛੇ ਇੱਕ ਕਾਰਨ ਹੋਰ ਵੀ ਹੈ। ਉਹ ਕਾਰਨ ਇਹ ਹੈ ਕਿ ਜਿਸ ਵੇਲੇ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਦਾ ਖੋਪਰ ਉਤਾਰਿਆ ਸੀ ਤੇ ਉਸ ਦੀ ਜ਼ਕਰੀਆ ਖਾਨ ਦੀ ਜਦੋਂ ਪਿਸ਼ਾਬ ਰੁਕਣ ਦੇ ਨਾਲ ਮੌਤ ਹੋ ਗਈ ਤੇ ਉਸ ਦਾ ਬੇਟਾ ਜਦੋਂ ਸ਼ਾਹ ਨਵਾਜ਼ ਤੇ ਜ਼ਾਹਿਆ ਖਾਨ ਲਾਹੌਰ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਬਾਪ ਦੇ ਸਿਰ ਦੇ ਵਿੱਚ ਛਿੱਤਰ ਮਾਰੇ ਗਏ ਸੀ, ਤੇ ਉਹ ਪੁੱਛਦੇ ਨੇ ਕਿ ਇਹ ਸਲਾਹ ਕਿਹਨੇ ਦਿੱਤੀ ਸੀ, ਤੇ ਉਹਨਾਂ ਕਿਹਾ ਕਿ ਇਹ ਸਲਾਹ ਸਿੱਖ ਸੰਗਤ ਦੇ ਕੋਲੋਂ ਸਰਦਾਰ ਸ਼ਬੇਗ ਸਿੰਘ ਲੈ ਕੇ ਆਇਆ ਸੀ। ਸੋ ਉਹ ਵੀ ਗੁੱਸਾ ਸੀ, ਦੂਜਾ ਬੱਚੇ ਦਾ ਬਹਾਨਾ ਬਣਾ ਲਿਆ ਗਿਆ ਤੇ ਅਖੀਰ ਫਤਵਾ ਜਾਰੀ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਚੱਖੜੀਆਂ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਵੇ। ਫਿਰ ਗੱਲ ਉੱਥੇ ਲੈ ਆਈਏ ਕਿ ਦੋਹੇ ਮਿਲ ਵੇਲਣ ਵੇਲਿਆ। ਉਸ ਤੋਂ ਬਾਅਦ ਕੀ ਹੈ ਕਿ ਲੂ ਲੂ ਕਰ ਤੁੰਬ ਤੜਾਇਆ, ਦੋਹਾਂ ਨੂੰ ਚੱਖੜੀ ਦੇ ਉੱਪਰ ਚਾੜਿਆ ਜਾਂਦਾ ਹੈ ਤੇ ਸਰੀਰ ਤੇ ਜਿਸਮ ਦੇ ਲੂ ਲੂ ਜਿਹੜੇ ਨੇ ਉਹ ਵੱਖਰੇ ਹੋ ਜਾਂਦੇ ਨੇ, ਬੇਹੋਸ਼ੀ ਦੀ ਹਾਲਤ ਦੇ ਵਿੱਚ ਨੇ। ਸ਼ਬੇਗ ਸਿੰਘ ਨੂੰ ਵੀ ਚੱਕਰੀ ਤੋਂ ਉਤਾਰਿਆ ਜਾਂਦਾ ਹੈ, ਸ਼ਾਹਬਾਜ਼ ਸਿੰਘ ਨੂੰ ਵੀ ਉਤਾਰਿਆ ਜਾਂਦਾ ਹੈ। ਆਖਰੀ ਦਮ ਤੱਕ ਕਾਜੀ ਦੀ ਕੋਸ਼ਿਸ਼ ਹੈ ਕਿ ਇਹਨਾਂ ਚੋਂ ਪਿਤਾ ਤੇ ਪੁੱਤਰ ਚ ਕੋਈ ਦੀਨ ਇਸਲਾਮ ਕਬੂਲ ਕਰ ਲਵੇ। ਜਿਸ ਵੇਲੇ ਸ਼ਾਹੀ ਕਾਜ਼ੀ ਸ਼ਬੇਗ ਸਿੰਘ ਨੂੰ ਜਾ ਕੇ ਕਹਿੰਦਾ ਸ਼ਬੇਗ ਸਿੰਘ, ਤੂੰ ਤੇ ਖਾ ਹੰਡਾ ਲਿਆ, ਤੇਰੀ ਤਾਂ ਉਮਰ ਬਹੁਤ ਹੋ ਚੁੱਕੀ ਹੈ, ਪਰ ਜੇਕਰ ਇੱਕ ਕਾਗਜ਼ ਦੇ ਉੱਪਰ ਇੰਨੀ ਗੱਲ ਲਿਖ ਦਵੇ ਨਾ ਕਿ ਮੇਰਾ ਪੁੱਤਰ ਦੀਨ ਇਸਲਾਮ ਕਬੂਲ ਕਰ ਲਵੇ, ਮੈਨੂੰ ਕੋਈ ਇਤਰਾਜ਼ ਨਹੀਂ, ਤੇ ਤੇਰੇ ਪੁੱਤਰ ਦੀ ਜਾਨ ਬਚ ਸਕਦੀ ਹੈ, ਤੇਰੀ ਕੁਲ ਦਾ ਦੀਪਕ ਜਿਹੜਾ ਉਹ ਜਗਦਾ ਰਹਿ ਸਕਦਾ ਹੈ। ਤੇ ਸਰਦਾਰ ਸ਼ਬੇਗ ਸਿੰਘ ਨੇ ਜਿਹੜਾ ਜਵਾਬ ਕਾਜ਼ੀ ਅਬਦੁਲ ਹਕ ਨੂੰ ਦਿੱਤਾ ਹੈ, ਸਾਡੇ ਸਰੋਤਾਂ ਦੇ ਵਿੱਚ ਲਿਖਿਆ, ਉਸ ਨੂੰ ਸਮਝਣ ਦੀ ਲੋੜ ਹੈ। ਖਾਸ ਕਰਕੇ ਮੇਰੀਆਂ ਭੈਣਾਂ, ਇਸ ਗੱਲ ਨੂੰ ਸਮਝੋ ਕਿ ਪੁੱਤਰ ਸਾਹਮਣੇ ਤੜਫ ਰਿਹਾ, ਪਤਾ ਹੈ ਕਿ ਪੁੱਤਰ ਨੇ ਸ਼ਹੀਦ ਹੋ ਜਾਣਾ, ਸਾਰਾ ਜਿਸਮ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦੀ ਇਸੇ ਵਾਰ ਦੀ ਅਗਲੀ ਲਾਈਨ ਹੈ ਨਾ ਕਿ ਪਿੰਜਰ ਪਿੰਜ ਉਡਾਇਆ, ਜਿਸ ਤਰ੍ਹਾਂ ਪਿੰਜੇ ਦੇ ਵਿੱਚੋਂ ਰੂਹ ਨੂੰ ਉਡਾ ਦਿੱਤਾ ਜਾਂਦਾ ਹੈ। ਤੇ ਫਿਰ ਅਗਲੀ ਗੱਲ ਕੀ ਹੁੰਦੀ ਆ, ਕਰ ਕਰ ਗੌੜੀ ਸੂਤ ਕਤਾਇਆ, ਇੰਨਾ ਸਰੀਰ ਪਿੰਜਿਆ ਪਿਆ। ਤੇ ਇਹਦੇ ਬਾਅਦ ਸਰਦਾਰ ਸ਼ਬੇਗ ਸਿੰਘ ਦਾ ਸ਼ਾਹੀ ਕਾਜੀ ਨੇ ਜਵਾਬ ਪਤਾ ਕੀ ਹੈ? ਸਰਦਾਰ ਸ਼ਬੇਗ ਸਿੰਘ ਕਹਿੰਦੇ ਨੇ, ਹਮਰੇ ਕਾਰਨ ਗੁਰ ਕੁਲੇ ਗਵਾਈ, ਹਮ ਕੁਲ ਰਾਖੇ ਕਵਣ ਵਡਾਈ। ਕਾਜੀ ਸੋਚ ਕੇ ਤੇ ਗੱਲ ਕਰ, ਜਿਸ ਸਿੱਖੀ ਨੂੰ ਮੇਰੀ ਝੋਲੀ ਚ ਪਾਉਣ ਦੇ ਵਾਸਤੇ ਗੁਰੂ ਪਾਤਸ਼ਾਹ ਨੇ ਆਪਣੇ 4 ਪੁੱਤਰਾਂ ਦੇ ਸੀਸ ਕੌਮ ਦੀ ਝੋਲੀ ਚ ਪਾ ਦਿੱਤੇ, ਤੇ ਅੱਜ ਮੈਂ ਆਪਣੇ ਇੱਕ ਪੁੱਤਰ ਦਾ ਸਿਰ ਬਚਾਉਣ ਦੇ ਵਾਸਤੇ ਉਸ ਸਿੱਖੀ ਨੂੰ ਝੋਲੀ ਚੋਂ ਕੱਢ ਕੇ ਕਿਵੇਂ ਸੁੱਟ ਦੇਵਾਂ? ਹਮਰੇ ਕਾਰਨ ਗੁਰ ਕੁਲੇ ਗਵਾਈ, ਤੂੰ ਕਹਿ ਰਿਹਾ ਕਿ ਤੇਰੀ ਕੁੱਲ ਚੱਲਦੀ ਰਹੇਗੀ, ਤੇਰੀ ਕੁੱਲ ਦਾ ਦੀਪਕ ਜਗਦਾ ਰਹੇਗਾ, ਪਰ ਸੋਚ ਕੇ ਤੇ ਗੱਲ ਕਰ, ਗੁਰੂ ਨੇ ਤਾਂ ਇਸ ਸਿੱਖੀ ਦੇ ਬਾਰੇ, ਆਪਣੀ ਕੁੱਲ ਦੇ ਬਾਰੇ ਨਹੀਂ ਸੋਚਿਆ। ਤੇ ਸ਼ਬੇਗ ਸਿੰਘ ਤੇ ਗੁਰੂ ਦਾ ਸਿੱਖ ਹੈ, ਸ਼ਬੇਗ ਸਿੰਘ ਆਪਣੀ ਕੁੱਲ ਨੂੰ ਬਚਾਉਣ ਦੇ ਕਰਕੇ ਸਿੱਖੀ ਕਿਵੇਂ ਬਾਹਰ ਕੱਢ ਕੇ ਸੁੱਟ ਦੇਵੇ। ਦੋਹਾਂ ਪਿਤਾ ਪੁੱਤਰਾਂ ਨੂੰ ਆਖਰੀ ਵਾਰ ਫਿਰ ਚੱਕੜੀ ਤੇ ਚਾੜਿਆ ਗਿਆ। ਦੋਹਾਂ ਨੂੰ ਜਿਸ ਵੇਲੇ ਚੱਕੜੀ ਦੇ ਉੱਪਰ ਚਾੜ ਕੇ ਅੰਤਮ ਸਮੇਂ ਦੇ ਉੱਪਰ ਗੇੜੇ ਦਿੱਤੇ ਜਾ ਰਹੇ ਨੇ, ਤੇ ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ, ਕਹਿੰਦਾ ਇੰਜ ਲੱਗਦਾ ਸੀ ਜਿਵੇਂ ਦੋਹਾਂ ਪਿਤਾ ਔਰ ਪੁੱਤਰ ਦੀ ਜ਼ੁਬਾਨ ਦੇ ਵਿੱਚੋਂ ਆਵਾਜ਼ ਆ ਰਹੀ ਹੋਵੇ, ਧੰਨ ਘੜੀ
ਧਨ ਚ ਰੱਖੜੀ ਧਨ ਨਿਉ ਤੁਮਾਰਾ, ਧਰਮ ਹੇਤ ਹਮ ਚਰੇ ਚ ਰੱਖੜੀ ਧਨ ਵਜੂਦ ਹਮਾਰਾ। ਕਿ ਇਹਦੇ ਵਿੱਚ ਵੀ ਖੁਸ਼ੀ ਹੈ, ਇਹਦੇ ਵਿੱਚ ਵੀ ਆਨੰਦ ਹੈ ਕਿ ਪਾਤਸ਼ਾਹ ਤੇਰੇ ਸਾਹਮਣੇ ਅਸੀਂ ਸਮਰਪਣ ਕਰ ਦਿੱਤਾ, ਤੇ ਉਸ ਸਮਰਪਣ ਦੇ ਵਿੱਚੋਂ ਜੇਕਰ ਸਾਡੀ ਝੋਲੀ 'ਚ ਸ਼ਹਾਦਤ ਪਈ ਹੈ ਤੇ ਅਸੀਂ ਫਿਰ ਵੀ ਹੱਸ ਰਹੇ, ਅਸੀਂ ਫਿਰ ਵੀ ਪ੍ਰਸੰਨ ਹੈ। ਕਿਉਂ? ਕਿਉਂਕਿ ਅਸੀਂ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ। ਅਗਲੀ ਗੱਲ ਫਿਰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਕੇਵਲ ਤੇ ਕੇਵਲ ਗੱਲ ਪਿੰਜਣ ਤੱਕ ਨਹੀਂ ਰਹਿ ਜਾਂਦੀ ਕਿ ਉਸ ਨੂੰ ਤੁੰਬਾ ਕਰਕੇ ਉਡਾ ਦਿੱਤਾ ਜਾਂਦਾ। ਗੱਲ ਇੱਥੋਂ ਤੱਕ ਨਹੀਂ ਰਹਿ ਜਾਂਦੀ, ਅਗਲੀ ਗੱਲ ਫਿਰ ਹੋਰ ਆ ਜਾਂਦੀ ਹੈ। ਉਹ ਕਹਿੰਦੇ ਕਿ ਉਹ ਸਾਰੇ ਗੱਲ ਨੂੰ ਵਣ ਤੁਣ ਖੁੰਬ ਚੜਾਈਏ, ਖੁੰਬ ਚੜਾਈ ਜਾਂਦੀ, ਫਿਰ ਪਾਨ ਚੜਾਈ ਜਾਂਦੀ ਹੈ। ਤੇ ਪਾਨ ਫਿਰ ਕਿਵੇਂ ਚੜਾਈ ਜਾਂਦੀ ਆ? ਦੇ ਦੁੱਖ ਧੁਆਏ ਰੰਗਾਇਆ, ਫਿਰ ਉਸ ਸੂਤ ਨੂੰ ਗਰਮ ਪਾਣੀ 'ਚ ਰੰਗ ਸੁੱਟ ਕੇ ਉਬਾਲਿਆ ਜਾਂਦਾ। ਕਹਿੰਦੇ ਉਸ ਨੂੰ ਉਸ ਪ੍ਰੀਖਿਆ ਦੇ ਵਿੱਚੋਂ ਵੀ ਲੰਘਣਾ ਪਏਗਾ। ਤੇ ਇਹੀ ਹਾਲ ਕੌਮ ਦੇ ਭਵਿੱਖ ਦਾ ਹੁੰਦਾ ਹੈ ਕਿ ਜਿਨ੍ਹਾਂ ਨੇ ਕੌਮ ਦੇ ਭਵਿੱਖ ਨੂੰ ਸਿਰਜਿਆ ਉਹਨਾਂ ਨੂੰ ਵੀ ਦੇਗਾਂ 'ਚੋਂ ਉਬਾਲਿਆ ਗਿਆ, ਚਾਹੇ ਪੰਚਮ ਪਾਤਸ਼ਾਹ ਤੇ ਚਾਹੇ ਉਸ ਤੋਂ ਬਾਅਦ ਗੁਰੂ ਦੇ ਸਿੱਖ ਭਾਈ ਦਇਆਲਾ ਜੀ। ਕਿਤੇ ਛੋਟੀ ਗੱਲ ਥੋੜਾ ਹੈ ਕਿ ਜਿਉਂਦੇ ਮਨੁੱਖ ਨੂੰ ਉਬਲਦੇ ਦੇਗ ਦੇ ਵਿੱਚ, ਪਾਣੀ ਦੇ ਵਿੱਚ ਬਿਠਾ ਦੇਣਾ, ਦੇਗ ਨੂੰ ਉੱਪਰੋਂ ਢੱਕ ਵੀ ਦੇਣਾ, ਤੇ ਇਨਸਾਨ ਦੇਗ ਦੇ ਵਿੱਚ ਆਲੂ ਦੇ ਵਾਂਗ ਉਬਲ ਰਿਹਾ ਹੈ। ਤੇ ਇਹ ਦੁੱਖ ਜਿਹੜਾ ਇਹ ਕਿਉਂ ਨਹੀਂ ਮਹਿਸੂਸ ਹੋ ਰਿਹਾ? ਕਿਉਂਕਿ ਗੱਲ ਫਿਰ ਸ਼ੁਰੂ ਤੋਂ ਹੋ ਜਾਂਦੀ ਹੈ ਕਿ ਆਪਣਾ ਆਪਾ ਆਪਣੇ ਇਸ਼ਟ ਦੇ ਅੱਗੇ ਸਮਰਪਿਤ ਕੀਤਾ ਜਾ ਚੁੱਕਾ ਹੈ। ਜਿਸ ਮੌਤ ਤੋਂ ਡਰ ਸੀ ਨਾ, ਉਸ ਮੌਤ ਦਾ ਭੈ ਤਾਂ ਪਹਿਲਾਂ ਹੀ ਸ਼ਬਦ ਦੇ ਸਦਕਾ ਨਿਕਲ ਚੁੱਕਾ ਹੈ। ਅਵਸਥਾ ਤਾਂ ਉਹ ਹੈ ਕਿ ਮੋਹਿ ਮਰਨੇ ਕਾ ਚਾਉ ਹੈ। ਸੋ ਉਹ ਮਰਨ ਦਾ ਚਾਹ ਪੈਦਾ ਕਿੱਥੋਂ ਹੋਇਆ ਹੈ? ਜਦੋਂ ਸਿੱਖ ਨੇ ਆਪਣਾ ਆਪਾ ਆਪਣੇ ਇਸ਼ਟ ਦੇ ਅੱਗੇ, ਆਪਣੇ ਗੁਰੂ ਦੇ ਅੱਗੇ ਸਮਰਪਿਤ ਕਰ ਦਿੱਤਾ। ਹੁਣ ਇਹ ਜਿਹੜਾ ਸਮਰਪਿਤ ਹੈ, ਇਹਦੇ ਚ ਅਸੀਂ ਇੱਕ ਫਿਰ ਸੈਲਫ ਐਨਾਲਾਈਜ਼ ਕਰਦੇ ਹਾਂ। ਹੁਣ ਉਹ ਸੂਤ ਵੀ ਬਣ ਗਿਆ, ਧਾਗਾ ਬਣ ਗਿਆ। ਇਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਮਸ਼ੀਨਾਂ ਦੇ ਨਾਲ ਸਾਰੀਆਂ ਚੀਜ਼ਾਂ ਇਲੈਕਟ੍ਰੋਨਿਕ ਖੱਡੀਆਂ ਨੇ, ਸਭ ਕੁਝ ਮਸ਼ੀਨਾਂ ਨਾਲ ਹੋ ਜਾਂਦਾ, ਪਰ ਕਿਰਿਆ ਉਸੇ ਦੇ ਵਿੱਚੋਂ ਹੀ ਲੰਘਣਾ ਪੈਂਦਾ ਹੈ। ਨਰਮੇ ਤੋਂ ਕਪਾਹ ਤੋਂ ਲੈ ਕੇ ਕੱਪੜਾ ਬਣਨ ਤੱਕ ਹੁੰਦਾ ਸਭ ਕੁਝ ਉਹੀ ਹੈ ਜੋ ਪਹਿਲਾਂ ਹੁੰਦਾ ਸੀ। ਅੱਜ ਕੱਲ੍ਹ ਉਹ ਮਸ਼ੀਨਾਂ ਦੇ ਨਾਲ ਚੱਲਦਾ ਹੈ। ਫਰਕ ਇੰਨਾ ਕੁ ਹੈ, ਜਲਦੀ ਹੋ ਜਾਂਦਾ ਹੈ, ਵਕਤ ਘੱਟ ਲੱਗਦਾ ਹੈ, ਰੰਗ ਵੱਖਰੇ ਵੱਖਰੇ ਆ ਗਏ ਨੇ। ਉਦੋਂ 2 4 5 6 ਰੰਗ ਹੁੰਦੇ ਸੀਗੇ, ਪਰ ਲੰਘਣਾ ਉਸੇ ਹੀ ਕਿਰਿਆ ਦੇ ਵਿੱਚੋਂ ਪੈਂਦਾ ਹੈ। ਪਰ ਇਹਦੇ ਚ ਫਿਰ ਸਭ ਤੋਂ ਵੱਡੀ ਗੱਲ ਹੁੰਦੀ ਕਿ ਸੈਲਫ ਐਨਾਲਾਈਜ਼ ਕਰਨਾ, ਆਪਣੇ ਆਪੇ ਦਾ ਚਿੰਤਨ ਕਰਨਾ ਕਿ ਮੈਂ ਹੈ ਕੀ। ਕੈਂਚੀ ਕੱਟਿਆ, ਸੂਈ ਧਾਗਾ ਜੋੜ ਸਵਾਇਆ। ਹੁਣ ਉੱਥੇ ਕੱਟਣਾ ਵੀ ਪੈਂਦਾ ਤੇ ਜੁੜਨਾ ਵੀ ਪੈਂਦਾ, ਨਹੀਂ ਤੇ ਬਸਤਰ ਬਣ ਹੀ ਨਹੀਂ ਸਕਦਾ। ਉਹਨੂੰ ਦੋਵਾਂ ਹਾਲਾਤਾਂ ਚੋਂ ਲੰਘਣਾ ਪੈਂਦਾ ਹੈ। ਉਹਨੂੰ ਕੱਟਣ ਦਾ ਦੁੱਖ ਵੀ ਸਹਿਣਾ ਪੈਂਦਾ ਹੈ ਤੇ ਉਹਨੂੰ ਸੂਈ ਦੇ ਨਾਲ ਚੋਭਾਂ ਵੀ ਸਹਿਣੀਆਂ ਪੈਂਦੀਆਂ ਨੇ, ਜੋੜ ਫੇਰ ਆਉਂਦਾ। ਇਹਦਾ ਮਤਲਬ ਕਿ ਕਿਸੇ ਵੀ ਢਾਂਚੇ ਨੂੰ ਜਦੋਂ ਤੁਸੀਂ ਉਸਾਰਨਾ ਹੈ, ਉਹਦੇ ਵਾਸਤੇ ਇਹ ਦੋਵੇਂ ਪ੍ਰਕਿਰਿਆ ਜਿਹੜੀਆਂ ਨੇ, ਇਹ ਜਿਹੜੀਆਂ ਦੋਵੇਂ ਕਹਿ ਸਕਦੇ ਹੋ ਕਿ ਤੱਥ ਨੇ, ਇਹ ਸਮਾਨ ਅੰਤਰ ਚੱਲਦੇ ਨੇ। ਪਰ ਇਹਦੇ ਸਮਾਨ ਅੰਤਰ ਚੱਲਣ ਦੇ ਵਿੱਚ ਸਭ ਤੋਂ ਅਹਿਮ ਗੱਲ ਕੀ ਅਸੀਂ ਆਪਣੇ ਆਪ ਨੂੰ ਸੈਲਫ ਐਨਾਲਾਈਜ਼ ਕਰਦੇ ਹਾਂ, ਅਸੀਂ ਆਪਣਾ ਆਤਮ ਚਿੰਤਨ ਕਰਦੇ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ ਇੱਕ ਸਰੋਤ ਦੇ ਵਿੱਚ ਜ਼ਿਕਰ ਆਉਂਦਾ ਹੈ, ਇੱਕ ਡਾਕੂ ਆ ਗਿਆ, ਡਾਕੇ ਮਾਰਦਾ ਸੀ, ਰੋਜ਼ ਲੋਕਾਂ ਨੂੰ ਲੁੱਟਦਾ ਸੀ, ਤੇ ਆ ਕੇ ਕਹਿੰਦਾ ਕਿ ਪਾਤਸ਼ਾਹ ਮੈਨੂੰ ਉਪਦੇਸ਼ ਬਖਸ਼ਿਸ਼ ਕਰੋ। ਤੇ ਜਾਣੀ ਜਾਣ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ 2 ਗੱਲਾਂ ਛੱਡ ਦੇ, ਇੱਕ ਡਾਕੇ ਮਾਰਨੇ ਤੇ ਇੱਕ ਝੂਠ ਬੋਲਣਾ। ਹੁਣ ਇਹੀ ਤਾਂ ਪੇਸ਼ਾ। ਹੁਣ ਉਹ ਹੈ ਡਾਕੂ, ਉਹਦਾ ਕੰਮ ਹੀ ਡਾਕੇ ਮਾਰਨੇ, ਲੋਕਾਂ ਨਾਲ ਝੂਠ ਵੀ ਬੋਲਣਾ, ਠੱਗੀਆਂ ਵੀ, ਫਰੇਬ ਵੀ। ਤੇ ਆ ਕੇ ਪਾਤਸ਼ਾਹ ਨੂੰ ਕਹਿੰਦਾ ਕਿ ਉਪਦੇਸ਼ ਦਿਓ, ਤੇ ਪਾਤਸ਼ਾਹ ਕਹਿੰਦੇ ਕਿ ਆਹ 2 ਕੰਮ ਕਰ, ਲੋਕਾਂ ਨੂੰ ਲੁੱਟਣਾ ਛੱਡ ਦੇ ਤੇ ਝੂਠ ਬੋਲਣਾ ਛੱਡ ਦੇ। ਉਪਦੇਸ਼ ਲੈ ਕੇ ਘਰ ਤੇ ਚਲਾ ਗਿਆ, ਤੇ ਜਦੋਂ ਘਰ ਗਿਆ ਨਾ, ਤੇ ਮਨ ਦੇ ਵਿੱਚ ਸੋਚਦਾ ਕਿ ਜੇ ਦੋਵੇਂ ਚੀਜ਼ਾਂ ਛੱਡ ਦਿੱਤੀਆਂ ਤੇ ਰੋਟੀ ਕਿੱਥੋਂ ਖਾਣੀ ਹੈ? ਬਾਬੇ ਕੋਲ ਗਿਆ ਹੀ ਕਿਉਂ? ਕਿਉਂਕਿ ਬਾਬੇ ਨੇ ਜਿਹੜੀ ਗੱਲ ਕਹੀ ਹੈ ਉਹ ਤਾਂ ਮੈਂ ਮੰਨਣਾ ਹੀ ਨਹੀਂ ਚਾਹੁੰਦਾ। ਇਸ ਤਰ੍ਹਾਂ ਸਾਡਾ ਵੀ ਸੁਭਾਅ ਹੈ ਨਾ, ਅਸੀਂ ਬਹੁਤ ਗੱਲਾਂ ਗੁਰਦੁਆਰੇ ਆ ਕੇ ਜਿਹੜੀਆਂ ਸੁਣਦੇ ਹਾਂ ਮੰਨਣਾ
ਨਹੀਂ ਚਾਹੁੰਦੇ। ਔਰ ਇਸੇ ਕਰਕੇ ਹੀ ਸਾਡੀ ਆਤਮਿਕ ਅਵਸਥਾ ਦਾ ਰਾਹ ਰੁਕ ਜਾਂਦਾ ਹੈ। ਜਿਸ ਖੇੜੇ ਦੀ ਮੈਂ ਗੱਲ ਕੀਤੀ ਹੈ ਨਾ ਕਿ ਬੂਟੀ ਹੋਏ ਕਪਾਹ ਦੀ ਹਾਸਾ ਸਟਿੰਡੇ ਆਪ ਖੜਾਇਆ, ਉਹ ਜਿਹੜਾ ਖੇੜਾ ਹੈ ਉਹ ਖੇੜਾ ਆਉਂਦਾ ਹੀ ਇਸ ਕਰਕੇ ਨਹੀਂ ਹੈ ਕਿ ਅਸੀਂ ਆਪਣਾ ਆਪਾ ਸਮਰਪਿਤ ਕਰਨਾ ਹੀ ਨਹੀਂ ਚਾਹੁੰਦੇ। ਪਹਿਲਾਂ ਬੀਜ ਨੂੰ ਆਪਣਾ ਹੰਕਾਰ ਤੇ ਛੱਡਣਾ ਹੀ ਪੈਣਾ ਨਾ, ਪਹਿਲਾਂ ਬੀਜ ਨੂੰ ਮਿੱਟੀ 'ਚ ਮਿਲਣਾ ਹੀ ਪੈਣਾ ਨਾ। ਅਸੀਂ ਅਹੰਕਾਰ ਛੱਡਣਾ ਨਹੀਂ ਚਾਹੁੰਦੇ ਤੇ ਫਿਰ ਚਾਹੁੰਦੇ ਉਹ ਖੇੜਾ ਆ ਜਾਵੇ। ਤੇ ਭਾਈ ਸਾਹਿਬ ਭਾਈ ਗੁਰਦਾਸ ਬੜਾ ਪਿਆਰਾ ਫਰਮਾਨ ਦਿੰਦੇ ਨੇ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈ। ਕਹਿੰਦੇ ਕੇਵਲ ਗੱਲਾਂ ਦੇ ਨਾਲ, ਮੈਂ ਗੱਲਾਂ ਕਰਕੇ ਚਲਾ ਜਾਵਾਂ, ਤੁਸੀਂ ਗੱਲਾਂ ਸੁਣ ਕੇ ਚਲੇ ਜਾਓ, ਪਰ ਉਹਨਾਂ ਗੱਲਾਂ ਦੇ ਉੱਪਰ ਅਮਲ ਹੀ ਨਾ ਹੋਵੇ। ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਏ। ਫਿਰ ਅਗਲੀ ਉਦਾਹਰਨ ਮੈਂ ਸਾਰੀ ਵਾਰ ਨਹੀਂ ਪੜ੍ਹਦਾ, ਇੱਕ ਉਦਾਹਰਨ ਵਿੱਚੋਂ ਸਾਂਝੀ ਕਰਦਾ, ਬੜੀ ਪਿਆਰੀ ਹੈ। ਬੰਦਾ ਬਿਮਾਰ ਹੋਵੇ ਤੇ ਡਾਕਟਰ ਦੇ ਕੋਲ ਚਲਾ ਜਾਵੇ, ਡਾਕਟਰ ਉਹਨੂੰ ਦਵਾਈ ਵੀ ਦੇ ਦੇਵੇ ਤੇ ਨਾਲ ਪਰਹੇਜ਼ ਵੀ ਦੱਸ ਦੇਵੇ, ਉਹ ਦੋਵੇਂ ਗੱਲਾਂ ਸੁਣ ਦੇਵੇ। ਆਹ ਦਵਾਈ ਖਾਣੀ ਹੈ, ਦਿਨ 'ਚ ਇੰਨੀ ਵਾਰ ਖਾਣੀ ਹੈ, ਤੇ ਪਰਹੇਜ਼ ਦਾ ਵੀ ਪਤਾ ਹੋਵੇ ਕਿ ਆਹ ਚੀਜ਼ ਨਹੀਂ ਖਾਣੀ। ਪੂਸ਼ਤ ਹੈ ਵੈਦ ਖਾਤ ਔਸ਼ਧ ਨਾ ਸੰਜਮ ਸੇ। ਘਰ ਚਲਾ ਜਾਵੇ ਤੇ ਘਰਦਿਆਂ ਨੂੰ ਕਹਿ ਦੇਵੇ ਕਿ ਠੀਕ ਹੈ ਮੈਂ ਡਾਕਟਰ ਦੇ ਕੋਲੋਂ ਹੋ ਆਇਆ, ਉਹਨੇ ਆਹ ਦਵਾਈ ਦਿੱਤੀ ਹੈ, ਅੰਗੀਠੀ ਤੇ ਰੱਖ ਦਿੱਤੀ, ਆਹ ਪਰਹੇਜ਼ ਦੱਸਿਆ, ਕਰਨਾ ਨਹੀਂ। ਹੁਣ ਨਾ ਦਵਾਈ ਖਾਵੇ ਬੰਦਾ ਤੇ ਨਾ ਪਰਹੇਜ਼ ਕਰੇ, ਉਹਦੇ 'ਚ ਡਾਕਟਰ ਦਾ ਕਸੂਰ ਹੈ। ਹੁਣ ਅਸੀਂ ਗੁਰੂ ਘਰ ਆਈਏ ਤੇ ਜਿਹੜੀਆਂ ਗੱਲਾਂ ਗੁਰਮਤਿ ਦੇ ਵਿੱਚੋਂ ਧਾਰਨ ਕਰਨੀਆਂ ਨੇ ਅਸੀਂ ਉਹ ਧਾਰਨ ਹੀ ਨਾ ਕਰੀਏ ਤੇ ਕੀ ਇਹਦੇ ਵਾਸਤੇ ਗੁਰੂ ਦੋਸ਼ੀ ਹੈ? ਗਾਵੇ ਸੁਣੇ ਆਖੇ ਵਿੱਚ ਪਾਈਏ ਨਾ ਪਰਮ ਪਦ। ਕੀਰਤਨ ਹੋ ਰਿਹਾ ਹੋਵੇ, ਅੱਖਾਂ ਮੀਟ ਲਈਏ, ਬੜਾ ਝੂਮੀਏ, ਪਰ ਕੀਰਤਨੀ ਜਥਾ ਕਹਿ ਕੀ ਰਿਹਾ ਉਹਦੇ ਤੇ ਅਮਲ ਨਾ ਕਰੀਏ। ਗਾਵੇ ਸੁਣੇ ਆਖੇ ਵਿੱਚ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਚ ਰਿੱਧੇ ਨਾ ਕਮਾਈਏ। ਕੇਵਲ ਤੇ ਕੇਵਲ ਸੰਗੀਤ ਵਾਂਗੂ ਸੁਣਨ ਦਾ ਕੀ ਲਾਭ ਜੇਕਰ ਉਸ ਉਪਦੇਸ਼ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਇਆ ਹੀ ਨਹੀਂ, ਗੁਰੂ ਦੀ ਗੱਲ ਮੰਨੀ ਨਹੀਂ, ਤੇ ਫਿਰ ਲਾਭ ਕੀ ਹੈ? ਉਸੇ ਤਰ੍ਹਾਂ ਜਿਸ ਤਰ੍ਹਾਂ ਦਵਾਈ ਲੈ ਲਈ, ਘਰ ਜਾ ਕੇ ਰੱਖ ਲਈ, ਦਵਾਈ ਖਾਣੀ ਨਹੀਂ, ਪਰਹੇਜ਼ ਕਰਨਾ ਨਹੀਂ, ਫਿਰ ਕਹਿਣਾ ਕਿ ਬਿਮਾਰੀ ਠੀਕ ਹੋ ਜਾਵੇ। ਸੋ ਇਹੀ ਗੱਲ ਉਹ ਡਾਕੂ ਸੋਚਦਾ ਹੈ, ਕਹਿੰਦਾ ਕਿ ਬਾਬੇ ਕੋ ਤਾਂ ਜਾਣਾ ਹੀ ਨਹੀਂ ਚਾਹੀਦਾ, ਜਾ ਕੇ ਤੇ ਫਸ ਗਿਆ। ਜਿਹੜੇ ਕੰਮ ਬਾਬੇ ਨੇ ਦੱਸੇ ਉਹ ਆਪਣੇ ਕੋ ਹੋਣੇ ਨਹੀਂ। ਤੀਜੇ ਕੁ ਦਿਨ ਫਿਰ ਚਲਾ ਗਿਆ, ਕਹਿੰਦਾ ਬਾਬਾ ਜੀ ਹੋਰ ਕੋਈ ਤਰੀਕਾ ਹੈਗਾ ਤੇ ਦੱਸ ਦਿਓ। ਗੁਰੂ ਨਾਨਕ ਸਾਹਿਬ ਨੂੰ ਜਾ ਕੇ ਕਹਿੰਦਾ ਹੋਰ ਕੋਈ ਤਰੀਕਾ ਹੈਗਾ ਤੇ ਦੱਸ ਦਿਓ। ਜਿਹੜਾ ਤੁਸੀਂ ਪਹਿਲਾ ਤਰੀਕਾ ਦੱਸਿਆ ਨਾ ਉਪਦੇਸ਼ ਦਾ, ਉਹ ਮੇਰੇ ਰਾਸ ਨਹੀਂ ਆਉਂਦਾ, ਉਹ ਨਹੀਂ ਮੈਂ ਕਮਾ ਸਕਦਾ, ਕੋਈ ਹੋਰ ਤਰੀਕਾ ਹੈ ਤੇ ਦੱਸ ਦਿਓ। ਤੇ ਪਾਤਸ਼ਾਹ ਪਤਾ ਕੀ ਕਹਿੰਦੇ ਆ? ਕਹਿੰਦੇ ਠੀਕ ਹੈ, ਮੈਂ ਤੈਨੂੰ ਇੱਕ ਹੋਰ ਤਰੀਕਾ ਦੱਸਦਾ। ਤੂੰ ਰੋਜ਼ ਚੋਰੀ ਵੀ ਕਰ, ਤੂੰ ਰੋਜ਼ ਡਾਕੇ ਵੀ ਮਾਰ, ਤੂੰ ਰੋਜ਼ ਝੂਠ ਵੀ ਬੋਲ, ਜੋ ਕਰਨਾ ਹੈ ਕਰ। ਖੁਸ਼ ਹੋ ਗਿਆ ਕਿ ਐਵੇਂ ਦੇ ਮਹਾਤਮਾ ਤਾਂ ਚਾਹੀਦੇ ਆ ਜਿਹੜੇ ਕਹਿਣ ਵੀ ਜੋ ਕਰਨਾ ਹੈ ਕਰ। ਹੁਣ ਵੀ ਬੜੇ ਹੈਗੇ ਨੇ ਸਾਡੇ ਸਮਾਜ 'ਚ, ਬਹੁਤ ਨੇ। ਡੇਰੇ ਆਈ ਜਾਓ, ਬਾਕੀ ਜੋ ਮਰਜ਼ੀ ਕਰੀ ਜਾਓ, ਤੁਹਾਨੂੰ ਸਭ ਕੁਝ ਮਾਫ ਹੈ, ਬਸ ਸਾਡੇ ਡੇਰੇ ਆ ਜਾਓ, ਸਾਨੂੰ ਪੈਸੇ ਚੜਾ ਦਿਓ, ਜੋ ਕਰਨਾ ਤੁਸੀਂ ਚੋਰੀਆਂ ਕਰਕੇ ਚੜਾਓ, ਠੱਗੀ ਕਰਕੇ ਕਮਾਓ, ਸਭ ਕੁਝ ਮਾਫ ਹੈ। ਡਾਕੂ ਨੇ ਸੋਚਿਆ ਆਹ ਕੰਮ ਤੇ ਵਧੀਆ, ਆਹ ਉਪਦੇਸ਼ ਅੱਜ ਦਾ ਵਧੀਆ ਵੀ ਜੋ ਕਰਨਾ ਹੈ ਕਰ, ਮੈਂ ਤੈਨੂੰ ਕਿਸੇ ਗੱਲ ਤੋਂ ਨਹੀਂ ਰੋਕਦਾ, ਪਰ ਸ਼ਾਮ ਨੂੰ ਆਪਣੇ ਇਲਾਕੇ ਦੇ ਕੁਝ ਬੰਦੇ ਇਕੱਠੇ ਕਰਕੇ ਨਾ ਉਹਨਾਂ ਦੇ ਵਿੱਚ ਰੋਜ਼ ਕਹਿ ਦਿਆ ਕਰੀ ਕਿ ਮੈਂ ਆ ਕੁਝ ਕੀਤਾ ਅੱਜ। ਚਲਾ ਤੇ ਗਿਆ, ਕੰਮ ਸੌਖਾ ਹੀ ਹੋਣਾ, ਪਰ ਕਿੰਨਾ ਔਖਾ ਹੁੰਦਾ ਹੈ ਆਪਣੇ ਗੁਨਾਹਾਂ ਨੂੰ ਲੋਕਾਂ ਦੇ ਵਿੱਚ ਮੰਨਣਾ। ਕਿਉਂਕਿ ਲੋਕਾਂ ਦੇ ਵਿੱਚ ਗੁਨਾਹਾਂ ਨੂੰ ਮੰਨਣ ਤੋਂ ਪਹਿਲਾਂ ਉਹ ਗੁਨਾਹ ਆਪਣੇ ਮਨ ਦੇ ਸਾਹਮਣੇ ਮੰਨਣੇ ਪੈਂਦੇ ਨੇ, ਤੇ ਮਨ ਦੇ ਸਾਹਮਣੇ ਤੇ ਅਸੀਂ ਹੋਣਾ ਹੀ ਨਹੀਂ ਚਾਹੁੰਦੇ। ਕਦੀ ਚਾਹੁੰਦੇ ਕਿ ਮਨ ਦੇ ਵਿੱਚ ਕੀ ਆ ਮੈਂ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਦੇਵਾਂ? ਨਹੀਂ ਚਾਹੁੰਦੇ। ਹੁਣ ਉਹ ਸੋਚਦਾ ਕਿ ਇਹ ਤੇ ਪਹਿਲਾਂ ਨਾਲੋਂ ਵੀ ਔਖਾ ਕੰਮ ਹੈ। ਗਲਤੀ ਕਰਕੇ ਉਹਦਾ ਕਨਫੈਸ਼ਨ ਕਰਨਾ, ਉਹਨੂੰ ਮੰਨਣਾ, ਉਹਨੂੰ ਸਵੀਕਾਰ ਕਰਨਾ। ਤੁਸੀਂ ਵੇਖਦੇ ਹੋ ਕਈ ਵਾਰੀ ਅਸੀਂ ਬੇਸ਼ੱਕ ਗਲਤੀ ਕੀਤੀ ਹੁੰਦੀ ਹੈ, ਸਾਡੇ ਮਨ ਨੂੰ ਪਤਾ ਹੁੰਦਾ, ਸਾਨੂੰ ਵੀ ਪਤਾ ਹੁੰਦਾ, ਅਸੀਂ ਸੈਲਫ ਐਨਾਲਾਈਜ਼ ਕਰ ਰਹੇ ਹੁੰਦੇ, ਪਰ ਅਸੀਂ ਕਦੀ ਉਹ ਗਲਤੀ ਕਿਸੇ ਦੇ ਸਾਹਮਣੇ ਮੰਨਣ ਨੂੰ ਤਿਆਰ ਨਹੀਂ ਹੁੰਦੇ। ਸਾਡੀ ਹਉਮੈ ਨੂੰ ਸੱਟ ਵੱਜਦੀ ਹੈ।
ਅਸੀਂ ਉਸ ਗਲਤੀ ਨੂੰ ਮੰਨਣਾ ਨਹੀਂ ਚਾਹੁੰਦੇ, ਪਤਾ ਵੀ ਹੁੰਦਾ ਕਿ ਅਸੀਂ ਗਲਤ ਆ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕਹਿੰਦੇ ਜੋ ਕਰਨਾ ਕਰ, ਬਸ ਆਪਣੇ ਇਲਾਕੇ ਦੇ ਸ਼ਾਮ ਨੂੰ ਬੰਦੇ ਇਕੱਠੇ ਕਰ ਲਿਆ ਕਰ ਤੇ ਕਹਿ ਦਿਆ ਕਰਕੇ ਮੈਂ ਇੰਨੇ ਡਾਕੇ ਮਾਰੇ, ਇੰਨੀਆਂ ਚੋਰੀਆਂ ਕੀਤੀਆਂ ਤੇ ਅੱਜ ਮੈਂ ਇੰਨੀ ਵਾਰੀ ਝੂਠ ਬੋਲਿਆ। ਪਰ ਇਹ ਸਭ ਕੁਝ ਕਰਨ ਤੋਂ ਪਹਿਲਾਂ ਇਹ ਗੱਲਾਂ ਇਨਸਾਨ ਨੂੰ ਆਪਣੇ ਮਨ ਦੇ ਨਾਲ ਕਰਨੀਆਂ ਪੈਣੀਆਂ। ਹੁਣ ਜਾ ਕੇ ਸੋਚਦਾ ਹੈ ਕਿ ਇਹ ਕੰਮ ਤਾਂ ਹੋਰ ਔਖਾ ਹੈ। ਅਗਲੇ ਦਿਨ ਫਿਰ ਗੁਰੂ ਸਾਹਿਬ ਕੋਲ ਚਲਾ ਗਿਆ, ਕਹਿੰਦਾ ਪਾਤਸ਼ਾਹ ਪਹਿਲਾ ਕੰਮ ਹੀ ਠੀਕ ਆ, ਸਿੱਖ ਬਣਾ ਲਓ, ਮੈਂ ਡੱਕ ਕੇ ਚੋਰੀਆਂ ਛੱਡੀਆਂ, ਪਰ ਆਹ ਜਿਹੜਾ ਕੰਮ ਜੇ ਨਾ ਕਿ ਬੁਰਾ ਕਰਕੇ ਤੇ ਬੁਰੇ ਨੂੰ ਸਵੀਕਾਰ ਕਰਨਾ, ਇਹ ਬੜਾ ਔਖਾ ਜੀ। ਇੱਥੇ ਸਾਡੀ ਗੱਲ ਰੁਕੀ ਪਈ ਹੈ। ਬੁਰਾ ਕਰਦੇ, ਬੁਰਾ ਸੋਚਦੇ ਆ, ਸਵੀਕਾਰ ਕਰਨ ਨੂੰ ਤਿਆਰ ਨਹੀਂ। ਮਾਫ ਕਰਨਾ, ਨਿੱਕੀ ਜਿਹੀ ਗੱਲ ਮੈਂ ਤੁਹਾਨੂੰ ਆਪਣੇ ਇਲਾਕੇ ਦੀ ਗੱਲ ਸਾਂਝੀ ਕਰਦਾ। ਅਸੀਂ ਬੈਠੇ ਹਾਂ ਨਾ ਗੁਰੂ ਦੀ ਹਜ਼ੂਰੀ ਦੇ ਵਿੱਚ, ਅਸੀਂ ਕੁਝ ਨਾ ਕੁਝ ਤੇ ਸਿੱਖਾਂਗੇ ਨਾ, ਕੁਝ ਮੈਂ ਤੁਹਾਡੇ ਤੋਂ ਸਿੱਖੂੰਗਾ। ਮਿਸਾਲ ਦੇ ਤੌਰ ਤੇ ਮੈਨੂੰ ਬੜਾ ਵਧੀਆ ਲੱਗਿਆ, ਵੀਰ ਜੀ ਨੇ ਜਦੋਂ ਬੱਚਿਆਂ ਨੂੰ ਇੰਟਰੋਡਿਊਸ ਕਰਾਇਆ ਕਿ ਬੱਚੇ ਨੂੰ 30 ਬਾਣੀਆਂ ਆਉਂਦੀਆਂ ਨੇ, ਬੱਚੀ ਨੂੰ 28 ਬਾਣੀਆਂ ਆਉਂਦੀਆਂ ਨੇ। ਕਿਤੇ ਨਾ ਕਿਤੇ ਕਿਸੇ ਬੱਚਿਆਂ ਦੇ ਕੈਂਪ ਦੇ ਵਿੱਚ ਮੈਂ ਰੈਫਰੈਂਸ ਦੇਣ ਜੋਗਾ ਤਾਂ ਹੋ ਗਿਆ ਨਾ, ਕਿ ਨਹੀਂ ਮੈਂ ਇੱਕ ਨਗਰ ਦੇ ਵਿੱਚ ਗਿਆ ਸੀ, ਉੱਥੇ ਬੱਚਿਆਂ ਨੂੰ ਬਾਣੀ ਕੰਠ ਹੈ। ਇਹਦਾ ਮਤਲਬ ਕਿ ਕੁਝ ਮੈਂ ਸਿੱਖਿਆ। ਹਰ ਥਾਂ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕਦਾ ਹੈ, ਹਰ ਚੀਜ਼ ਤੋਂ ਤੁਸੀਂ ਕੁਝ ਨਾ ਕੁਝ ਸਿੱਖਦੇ ਹੋ। ਸ਼ੇਖ ਸਾਦੀ ਦਾ ਨਾ ਇੱਕ ਬੜਾ ਪਿਆਰਾ ਸ਼ੇਰ ਹੈ, ਉਹ ਕਹਿੰਦਾ ਬਜ਼ੁਰਗੀ ਬਾ ਅਕਲ ਅਸਤ ਕੇ ਨਾ ਬਸਾਲ। ਬਸਾਲ ਕਹਿੰਦੇ ਸਾਲਾਂ ਚ ਉਮਰ, ਬਜ਼ੁਰਗੀ ਕਹਿੰਦੇ ਨੇ ਸਿਆਣਪ ਨੂੰ। ਕਹਿੰਦਾ ਕਿ ਬਜ਼ੁਰਗੀ ਸਾਲਾਂ ਕਰਕੇ ਨਹੀਂ ਆ ਜਾਂਦੀ, ਸਿਆਣਪ ਬਜ਼ੁਰਗੀ ਨੂੰ ਨਹੀਂ ਕਿਹਾ ਜਾਂਦਾ, ਜਾਂ ਬਜ਼ੁਰਗੀ ਦਾ ਸੰਬੰਧ ਉਮਰ ਦੇ ਨਾਲ ਨਹੀਂ ਹੁੰਦਾ। ਉਹ ਕਹਿੰਦਾ ਕਈ ਵਾਰੀ ਨਾ ਚਿੱਟੀ ਦਾੜੀ ਹੁੰਦੀ ਹੈ ਤੇ ਉਹ ਬੰਦਾ ਐਵੇਂ ਦੀ ਗੱਲ ਕਰਦਾ ਨਾ, ਹਰ ਪਿੰਡ ਚ ਇੱਕ ਦੋ ਐਵੇਂ ਦੇ ਵੀਰ ਹੁੰਦੇ ਨੇ ਬਜ਼ੁਰਗ ਸਾਡੇ, ਉਹ ਗੱਲ ਹੀ ਐਵੇਂ ਦੀ ਕਰਨਗੇ ਨਾ, ਤੇ ਅੱਗੋਂ ਕਈ ਵਾਰੀ ਕਹਿਣ ਦਾ ਮਨ ਕਰਦਾ ਕਿ ਬਜ਼ੁਰਗੋ ਉਮਰ ਬੜੀ ਹੋ ਗਈ, ਗੱਲਾਂ ਬੱਚਿਆਂ ਵਰਗੀਆਂ ਕਰਦੇ ਜੀ। ਹੁੰਦੇ ਨੇ ਸਮਾਜ ਚ ਐਵੇਂ ਦੇ ਲੋਕ। ਤੇ ਕਈ ਵਾਰੀ ਕੁਝ ਬੱਚੇ ਜਿਹੜੇ ਨੇ ਉਹ ਐਵੇਂ ਦੀ ਗੱਲ ਕਰਦੇ ਨੇ ਨਾ, ਤੁਹਾਡੇ ਮੂੰਹ ਸੁਭਾਵਿਕ ਨਿਕਲਦਾ ਬੇਟਾ ਇੰਨੀ ਛੋਟੀ ਉਮਰ ਤੇ ਗੱਲਾਂ ਸਿਆਣਿਆਂ ਵਾਲੀਆਂ ਕਰ ਰਹੇ। ਸੋ ਇਹਦਾ ਮਤਲਬ ਕਿ ਸਿਆਣਪ ਜਿਹੜੀ ਹੈ ਉਹ ਉਮਰ ਦੇ ਦਾਇਰੇ ਦੇ ਵਿੱਚ ਕੈਦ ਨਹੀਂ ਹੁੰਦੀ। ਉਸ ਸਿਆਣਪ ਦੇ ਦਾਇਰੇ ਦੇ ਵਿੱਚ 80 ਸਾਲ ਦੇ ਭਾਈ ਮਨੀ ਸਿੰਘ ਵੀ ਜੇ ਬੰਦ ਕਟਾ ਸਕਦੇ ਨੇ, ਤੇ ਫਿਰ ਗੁਰੂ ਸਾਹਿਬ ਦੇ ਲਾਲ ਵੀ ਨੀਹਾਂ ਦੇ ਵਿੱਚ ਚਲੇ ਜਾਂਦੇ ਨੇ। ਇਸ ਅਧਿਆਤਮਕ ਮਾਰਗ ਦੇ ਉੱਪਰ ਉਮਰ ਦੀ ਕੋਈ ਗੱਲ ਨਹੀਂ। ਇੱਥੇ ਜੇਕਰ ਸਭ ਤੋਂ ਵਡੇਰੀ ਉਮਰ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਝੋਲੀ ਦੇ ਵਿੱਚ ਗੁਰਤਾ ਗੱਦੀ ਕਹਿੰਦੀ ਹੈ, ਤੇ ਅਸੀਂ 8ਵੇਂ ਪਾਤਸ਼ਾਹ ਨੂੰ ਵੀ ਬਾਲਾ ਪ੍ਰੀਤਮ ਕਹਿੰਦੇ, ਉਹ ਵੀ ਗੁਰਤਾ ਗੱਦੀ ਦੇ ਮਾਲਕ। ਸੋ ਸ਼ੇਖ ਸਾਦੀ ਜਦੋਂ ਆਪਣੀ ਫਾਰਸੀ ਦੀ ਰਚਨਾ ਚ ਇਹ ਕਹਿੰਦਾ ਨਾ ਕਿ ਬਜ਼ੁਰਗੀ ਬਾ ਅਕਲ ਅਸਤ ਕੇ ਨਾ ਬਸਾਲ, ਕਿ ਬਜ਼ੁਰਗੀ ਸਿਆਣਪ ਜਿਹੜੀ ਹੈ ਨਾ, ਇਹਦਾ ਉਮਰ ਦੇ ਨਾਲ ਕੋਈ ਸੰਬੰਧ ਨਹੀਂ। ਤੇ ਉਹਦੇ ਬਾਰੇ ਜਿਹੜੀ ਉਥਾਨਕਾ ਜਿਹੜੀ ਇੱਕ ਕਹਾਣੀ ਹੈ ਨਾ, ਉਹ ਬੜੀ ਪਿਆਰੀ ਹੈ। ਕਹਿੰਦਾ ਸ਼ੇਖ ਸਾਦੀ, ਕਹਿੰਦਾ ਮੈਂ ਇੱਕ ਨਗਰ ਤੋਂ ਦੂਜੇ ਨਗਰ ਜਾ ਰਿਹਾ ਸੀ, ਤੇ ਮੈਂ ਆਪਣੇ ਖੋਤੇ ਦੇ ਉੱਪਰ ਆਪਣੀਆਂ ਕਿਤਾਬਾਂ ਲੱਦੀਆਂ ਹੋਈਆਂ ਸੀ। ਉਹਨਾਂ ਸਮਿਆਂ ਚ ਇਹੀ ਸਾਧਨ ਹੁੰਦੇ ਸੀ, ਕਾਰਾਂ ਗੱਡੀਆਂ ਤਾਂ ਹੈ ਨਹੀਂ ਸੀ, ਵੀ ਖੋਤੇ ਦੇ ਉੱਪਰ ਆਪਣਾ ਸਮਾਨ ਲੱਦ ਲੈਣਾ ਤੇ ਤੁਰੇ ਜਾਣਾ। ਹੁਣ ਕਈ ਵਾਰੀ ਘਰ ਦੇ ਵਿੱਚ ਅਸੀਂ ਕੋਈ ਛੋਟਾ ਜੀਵ ਰੱਖਿਆ ਹੋਵੇ, ਕੋਈ ਪੈਟ ਰੱਖਿਆ ਹੋਵੇ, ਚਾਹੇ ਕੁੱਤਾ ਹੋਵੇ, ਬਿੱਲੀ ਹੋਵੇ, ਸਾਨੂੰ ਉਹਦੇ ਨਾਲ ਪਿਆਰ ਹੁੰਦਾ। ਇਹ ਕਹਿੰਦਾ ਮੈਂ ਘਰ 'ਚ ਕੁੱਕੜ ਰੱਖਿਆ ਸੀ, ਤੇ ਮੈਂ ਉਸ ਕੁੱਕੜ ਨੂੰ ਵੀ ਨਾਲ ਹੀ ਲੈ ਗਿਆ ਕਿ ਮੇਰੇ ਤੋਂ ਬਾਅਦ ਭੁੱਖਾ ਮਰ ਜਾਏਗਾ ਜਾਂ ਕੋਈ ਚੁੱਕ ਕੇ ਲੈ ਜਾਏਗਾ। ਕਹਿੰਦਾ ਅਸੀਂ 3 ਜਾਣੇ, ਬੜਾ ਲੰਬਾ ਸਫ਼ਰ। ਕਹਿੰਦਾ ਅਖੀਰ ਇੱਕ ਐਸੇ ਮੁਕਾਮ ਤੇ ਪਹੁੰਚੇ ਜਦੋਂ ਭੁੱਖ ਬੜੀ ਲੱਗੀ ਸੀ, ਪਰ ਸਿੱਕਾ ਇੱਕ ਰਹਿ ਗਿਆ ਸੀ। ਕਹਿੰਦਾ ਮੈਂ ਚਿੰਤਾ ਦੇ ਵਿੱਚ ਵੀ ਜੇ ਇੱਕ ਸਿੱਕੇ ਦਾ ਮੈਂ ਦਾਣੇ ਲੈ ਕੇ ਮੁਰਗੇ ਨੂੰ ਪਾ ਦੇਵਾਂ ਤੇ ਭੁੱਖ ਤਿੰਨਾਂ ਨੂੰ ਲੱਗੀ ਹੈ, ਫਿਰ ਮੈਂ ਤੇ ਗਧਾ ਭੁੱਖੇ। ਜੇਕਰ ਮੈਂ ਇੱਕ ਸਿੱਕਾ ਕਿਸੇ ਕਿਸਾਨ ਨੂੰ ਦੇਵਾਂ ਕਿ ਇੱਥੋਂ ਪੱਠੇ ਵੱਢ ਲੈਣ ਦੇ, ਤੇ ਮੈਂ ਗਧੇ ਨੂੰ ਪਾ ਸਕਦਾ, ਤੇ ਮੈਂ ਤੇ ਮੁਰਗਾ ਭੁੱਖੇ। ਤੇ ਜੇ ਕਿਤੇ ਮੈਂ ਰਸਤੇ ਕੁਝ ਲੈ ਕੇ ਖਾ ਲਾ, ਤੇ ਕਹਿੰਦਾ ਇਹ ਮੇਰੀ ਆਤਮਾ ਨਾ ਮੰਨੇ ਕਿ ਜਿਨ੍ਹਾਂ ਤੇ ਇੰਨਾ ਬੋਝ ਲੱਦਿਆ ਹੋਇਆ ਗਧੇ ਤੇ, ਉਹਨੂੰ ਭੁੱਖਾ ਰਹਿਣ ਦੇਵਾਂ ਤੇ ਮੈਂ ਖਾ ਲਵਾਂ। ਕਹਿੰਦਾ ਮੈਂ ਬੜੀ ਚਿੰਤਾ ਦੇ ਵਿੱਚ ਵੀ ਕਰਾਂ ਕੀ, ਪੈਸਾ ਤਾਂ ਸਿੱਕਾ ਤਾਂ ਇੱਕ ਰਹਿ ਗਿਆ, ਕਰਾਂ ਕੀ। ਕਹਿੰਦਾ ਮੈਂ ਸੋਚਦਾ ਇੱਕ ਪਿੰਡ ਦੇ ਵਿੱਚੋਂ ਲੰਘ ਰਿਹਾ ਸੀ, ਤੇ ਮੇਰੇ ਸਾਹਮਣੇ ਇੱਕ 5-6 ਸਾਲ ਦਾ ਬੱਚਾ ਖੜਾ, ਤੇ ਕਹਿੰਦਾ ਉਸ ਬੱਚੇ ਨੇ ਮੈਨੂੰ ਅੱਗੋਂ ਇੱਕ ਸਵਾਲ ਕਰ ਦਿੱਤਾ। ਕਹਿੰਦਾ ਬਜ਼ੁਰਗੋ ਰੁਕੋ। ਕਹਿੰਦਾ ਮੈਂ ਰੁਕ ਗਿਆ। ਕਹਿੰਦਾ ਬਜ਼ੁਰਗੋ ਤੁਹਾਡਾ ਚਿਹਰਾ ਬੜਾ ਰੂਹਾਨੀਅਤ ਵਾਲਾ,
ਚਿਹਰੇ ਤੋਂ ਤੁਸੀਂ ਬੜੇ ਰੂਹਾਨੀਅਤ ਵਾਲੇ ਲੱਗ ਰਹੇ ਹੋ, ਬੜੇ ਜ਼ਿਆਦਾ ਗਿਆਨਵਾਨ ਲੱਗ ਰਹੇ ਹੋ, ਪਰ ਚਿਹਰੇ ਤੇ ਪਰੇਸ਼ਾਨੀ ਕਿਉਂ ਹੈ? ਕਹਿੰਦਾ ਮੈਂ ਹੈਰਾਨ ਰਹਿ ਗਿਆ ਕਿ ਇੰਨਾ ਛੋਟਾ ਬੱਚਾ ਮੇਰੇ ਚਿਹਰੇ ਤੋਂ ਮੇਰੀ ਪਰੇਸ਼ਾਨੀ ਨੂੰ ਜਾਣ ਰਿਹਾ। ਕਹਿੰਦੇ ਮੈਂ ਸੋਚਿਆ ਕਿ ਬੱਚੇ ਨੂੰ ਗੱਲ ਦੱਸ ਦੇਣੀ ਚਾਹੀਦੀ ਹੈ। ਕਹਿੰਦੇ ਮੈਂ ਉਹਦੇ ਕੋਲ ਰੁਕ ਗਿਆ। ਮੈਂ ਕਿਹਾ ਬੇਟਾ, ਪਰੇਸ਼ਾਨੀ ਇਹ ਹੈ ਕਿ ਮੇਰੇ ਕੋਲ ਪੈਸਾ ਇੱਕ ਹੈ ਤੇ ਭੁੱਖੇ ਅਸੀਂ 3 ਜਾਣੇ, ਬਸ ਇਸ ਕਰਕੇ ਮੈਂ ਪਰੇਸ਼ਾਨ ਆ ਵੀ ਕਰਾਂ ਕੀ। ਤੇ ਕਹਿੰਦਾ ਬੱਚੇ ਅੱਗੋਂ ਪਤਾ ਕੀ ਕਹਿੰਦਾ, ਮਹਾਂਪੁਰਸ਼ੋ ਚਿੱਟੀ ਦਾੜੀ ਹੋ ਗਈ ਹੈ ਤੇ ਗੱਲਾਂ ਬੱਚਿਆਂ ਵਾਲੀਆਂ ਕਰਦੇ ਜੀ। ਉਹ ਕਹਿੰਦਾ ਮੈਂ ਕਿਹਾ ਇਹ ਕਿਹੜੀ ਗੱਲ ਹੈ ਕਿ ਬੇਟਾ ਮੈਂ ਤੈਨੂੰ ਕੀ ਸਵਾਲ ਕੀਤਾ, ਤੂੰ ਜਵਾਬ ਕੀ ਦਿੱਤਾ? ਕਹਿੰਦਾ ਹਾਂ ਬਿਲਕੁਲ ਠੀਕ ਕਹਿ ਰਿਹਾ, ਜਿਸ ਇਲਾਕੇ ਦੇ ਵਿੱਚੋਂ ਤੁਸੀਂ ਲੰਘ ਰਹੇ ਹੋ ਨਾ, ਇਹ ਤਾਂ ਹਦਵਾਣਿਆਂ ਦਾ ਇਲਾਕਾ ਹੈ, ਤਰਬੂਜਾਂ ਦਾ ਇਲਾਕਾ ਹੈ, ਤੇ ਤੁਹਾਡੇ ਇੱਕ ਸਿੱਕੇ ਦੇ ਕਈ ਤਰਬੂਜ ਆ ਜਾਣੇ ਆ। ਤੁਸੀਂ ਉਹਦੀਆਂ ਛਿੱਲਾਂ ਲਾ ਕੇ ਆਪਣੇ ਖੋਤੇ ਨੂੰ ਪਾ ਦਿਓ, ਵਿੱਚੋਂ ਬੀਜ ਕੱਢ ਕੇ ਮੁਰਗੇ ਨੂੰ ਖਵਾ ਦਿਓ ਤੇ ਵਿੱਚੋਂ ਤਰਬੂਜ ਆਪ ਖਾ ਲਿਓ। ਤੁਸੀਂ ਕਿਉਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ? ਕਹਿੰਦਾ ਮੈਂ ਉਸ ਜ਼ਮੀਨ ਨੂੰ ਹੱਥ ਲਾ ਕੇ ਮੱਥੇ ਨੂੰ ਹੱਥ ਲਾਇਆ ਕਿ ਸੱਚਮੁੱਚ ਬਜ਼ੁਰਗੀ ਬਾ ਅਕਲ ਅਸਤ, ਸਿਆਣੀ ਗੱਲ ਕੋਈ ਵੀ ਕਰ ਸਕਦਾ ਹੈ ਤੇ ਕੋਈ ਬਜ਼ੁਰਗ ਵੀ ਨਿਆਣੀ ਗੱਲ ਕਰ ਸਕਦਾ।